उस टाइम तो मैं नहीं सी क्या भावें जो भी है तो मैं ਉਹੀ हजूर ਦਾ कलमा पढ़ना 5 बुनियादी अरकान इस्लाम ते भी ईमान रखना ਤੇ ਫਿਰ ਮੈਂ ਇਹਨਾਂ ਨੂੰ ਕਹਾਂ ਨਹੀਂ ਇਹਦੇ ਬਾਵਜੂਦ ਤੁਸੀਂ ਕਾਫਰ ਹੋ ਤੇ ਫਿਰ ਉਹ ਕੁਫਰ ਮੇਰੇ ਤੇ ਲੌਟ ਜਾਂਦਾ ਹੈ। ਇਹ ਗੱਲ ਮਿਰਜ਼ਾ ਸਾਹਿਬ ਜਿਹੜਾ ਉੱਥੇ ਸਮਝਾਉਣ ਦੀ ਉਹਨਾਂ ਨੇ ਉਹ ਸਮਝਾਉਣ ਵਾਸਤੇ ਜੋ ਲਿਖਿਆ ਉਹ ਉਹਨਾਂ ਦਾ ਸਾਰਾ ਮੌਕਫ ਹੈ। ਤੇ ਹੁਣ ਇਹਨੇ ਜੇ ਕੋਈ ਮੁਸ਼ਕਲ ਲਫ਼ਜ਼ ਹੈ ਉਹ ਦੱਸੋ ਤੇ ਫਿਰ ਮੈਂ ਉਹਦਾ ਤਰਜਮਾ ਕਰਨ ਦੀ ਕੋਸ਼ਿਸ਼ ਕਰਨਾ। नहीं, दो लफ्ज़ों च दो फिक्रे च कह सकते हैं कि मिर्ज़ा साहब ने कहा है कि मेरी तकफीर करने वाले और मैनू ना मनने वाले इक्को ਜਿਹੇ काफर ने। बिल्कुल इस तरह ਜਿਹੜੇ ਮੈਨੂੰ ਕਾਫਰ ਕਹਿੰਦੇ ਨੇ ਉਹ ਤਾਂ ਕਾਫਰ ਹੋ ਜਾਂਦੇ ਨੇ ਕਿਉਂਕਿ ਮੈਂ ਅੱਲਾਹ ਤਾਲਾ ਦਾ ਮੁਰਸਲ ਹਾਂ ਤੇ ਜਿਹੜੇ ਮੈਨੂੰ ਨਹੀਂ ਮੰਨਦੇ ਉਹ ਵੀ ਪੱਕੇ ਕਾਫਰ ਨੇ ਇਸ ਵਜ੍ਹਾ ਨਾਲ ਕਿਉਂਕਿ ਮੈਨੂੰ ਐਸੀ ਵਜ੍ਹਾ ਨਾਲ ਨਹੀਂ ਮੰਨਦੇ ਕਿ ਉਹ ਸਮਝਦੇ ਨੇ ਕਿ ਮੈਂ ਅੱਲਾਹ ਤਾਲਾ ਦੇ ਝੂਠ ਬੰਨਿਆ ਤੇ ਅੱਲਾਹ ਤਾਲਾ ਤੇ ਝੂਠ ਬੰਨਣ ਵਾਲਾ ਸਭ ਤੋਂ ਵੱਡਾ ਕਾਫਰ ਹੁੰਦਾ। ਚੌਹਾਨ ਸਾਹਿਬ ਤੁਸੀਂ ਨਾ ਜਵਾਬ ਦਿਓ, ਤੁਸੀਂ ਨਾ ਜਵਾਬ ਦਿਓ, ਉਹਨਾਂ ਨੂੰ ਜਵਾਬ ਉਹਨਾਂ ਨੂੰ ਦੇਣ ਦਿਓ ਤਾਂ ਕਿ ਪਤਾ ਲੱਗੇ। ਦੋ ਤਰੇ ਬੰਦੇ ਨੇ ਅਸੀਂ ਸੁਣਨੇ ਆ ਸਵਾਲ ਇੱਕ ਵਾਰੀ ਦੁਹਰਾ ਕੇ ਨਾ ਤੇ ਫਿਰ ਜਵਾਬ ਦਿਓ ਤੇ ਫਿਰ ਜ਼ਿਆਦਾ ਮਜ਼ਾ ਆਵੇਗਾ ਵੀ ਤੁਹਾਨੂੰ ਪਤਾ ਹੋਵੇ ਸਵਾਲ ਕੀ ਹੈ ਤੇ ਜਵਾਬ ਕੀ ਹੈ। ਇਹ ਸਵਾਲ ਵੀ ਮੈਂ ਹੀ ਪੜ੍ਹਦਾ ਨਹੀਂ ਪੜ੍ਹਨਾ ਹੀ ਤੇ ਹੈ ਨਹੀਂ, ਪੜ੍ਹਨਾ ਹੀ ਤੇ ਨਹੀਂ ਜ਼ਬਾਨੀ ਦੱਸਣਾ ਨਹੀਂ। ਹਾਂ ਉਹਨੂੰ ਪੜ੍ਹ ਕੇ ਤੇ ਆਪਣੇ ਲਫ਼ਜ਼ਾਂ 'ਚ ਬਿਆਨ ਕਰਨਾ ਵੀ ਇਹ ਗੱਲ ਕਹੀ ਉਹਨਾਂ ਨੇ। ਇਹ ਉਹਦੇ ਨਾਲ ਜਿਹੜੀ ਰਵਾਇਤ ਸੁਣਾਈ ਹੈ ਨਾ ਲੰਮਾ ਸਾਹਿਬ ਨੇ ਬੜੀ ਇਮਾਨ ਅਫਰੋਜ਼ ਹੈ ਕਿ ਮੀਆਂ ਚੱਟੂ ਸਾਹਿਬ ਨੂੰ ਮਿਰਜ਼ਾ ਸਾਹਿਬ ਨੇ ਫਰਮਾਇਆ ਕਿ ਤੁਸੀਂ ਮੇਰੀ ਇਸ ਕਿਤਾਬ ਨੂੰ ਪੜ੍ਹੋ। ਉਹ ਕਿਸੇ ਹੋਰ ਰਵਾਇਤ 'ਚ ਗਾਲਬਨ ਇਹ ਗੱਲ ਹੈ ਕਿ ਹਕੀਕਤੁਲ ਵਹੀ ਜਿਹੜੀ ਉਹ ਬੇਸਿਕਲੀ ਉਹਨਾਂ ਦੇ ਸਾਰੀ ਜ਼ਿੰਦਗੀ ਦਾ ਨਿਚੋੜ ਹੈ ਔਰ ਸਾਰੀਆਂ ਗੱਲਾਂ ਦਾ ਉਹਨਾਂ ਨੇ ਸਮ ਅਪ ਕੀਤਾ ਕਿਉਂਕਿ ਵਾਪਸੀ ਦਾ ਵਕਤ ਆ ਗਿਆ ਨਾ। ਇਹ ਗਾਲਬਨ ਉਹਨਾਂ ਦੇ ਬਾਅਦ ਛਪੀ ਹੈ ਜਾਂ ਬਹੁਤ ਹੀ ਅਖੀਰ ਦੇ ਵਕਤ ਛਪੀ ਹੈ ਅਤੇ 1907 ਦੀ ਤਾਰੀਖ ਹੈ। 8 ਵਿੱਚ ਫੌਤ ਹੋ ਗਏ ਨੇ, ਮਹੀਨਿਆਂ ਦਾ ਹੀ ਫਾਸਲਾ ਹੈ ਕੁਝ। ਇਹਦੇ 'ਚ ਉਹਨਾਂ ਨੇ ਜਿਤਨੀਆਂ ਪੈਂਡਿੰਗ ਗੱਲਾਂ ਆਈਆਂ ਉਹ ਸਾਰੀਆਂ ਕਲੀਅਰ ਕੀਤੀਆਂ ਨੇ ਜਾਂ ਉਹਨਾਂ ਨੂੰ ਦੁਹਰਾਇਆ। ਸਾਰੀਆਂ ਕਿਤਾਬਾਂ ਦਾ ਖੁਲਾਸਾ ਹੈ। ਇਸ ਕਰਕੇ ਉਹ ਤਵੱਕੋ ਕਰਦੇ ਨੇ ਕਿ ਇਸ ਕਿਤਾਬ ਦਾ ਮੁਤਾਲਿਆ ਸੈਰ ਹਾਸਲ ਤੌਰ 'ਤੇ ਕੀਤਾ ਜਾਏ ਔਰ ਇਹਦੇ ਵਿੱਚੋਂ ਸਹੀ ਤੌਰ 'ਤੇ ਸਮਝਿਆ ਜਾਏ। ਸਾਰੀਆਂ ਕਿਤਾਬਾਂ ਨਹੀਂ ਪੜ੍ਹਦੇ, ਇਹਨੂੰ ਪੜ੍ਹ ਲਓ, ਇਹਨੂੰ ਪੜ੍ਹਿਆ ਜਾਏ ਔਰ ਇਹਦੇ ਜਿਹੜੇ ਮਾਰਫ ਨੇ ਔਰ ਮੁਤਾਲਬ ਨੇ ਉਹਨਾਂ ਤੇ ਗੌਰ ਕਰਕੇ ਉਹਨੂੰ ਸਹੀ ਤਰ੍ਹਾਂ ਸਮਝਿਆ ਜਾਏ। ਜੇ ਸਮਝ 'ਚ ਆ ਜਾਏ ਤਾਂ ਫਿਰ ਕੋਸ਼ਿਸ਼ ਕਰੇ ਕਿ ਬੰਦਾ ਅਮਨ ਅਜ਼ੀਜ਼ ਸਾਹਿਬ ਨੂੰ ਸਮਝਾ ਸਕੇ। ਬਿਲਕੁਲ ਇਹੋ ਹੀ ਤੇ ਉਹ ਕਹਿ ਰਹੇ ਨੇ ਮੈਂ ਪੜ੍ਹ ਕੇ ਮੈਨੂੰ ਵੀ ਸਮਝਾਓ। ਤੇ ਅੱਛਾ ਇਹਦੇ 'ਚ ਹੈ ਤੇ ਆਸਾਨ ਹੀ ਹੈ ਗੱਲ ਪਰ ਉਹ ਇਹ ਹੈ ਕਿ ਮਿਰਜ਼ਾ ਸਾਹਿਬ ਜੀ ਹੁਣ 11-22 ਸਾਹਿਬ ਆ ਗਏ ਨੇ ਤੇ ਮੇਰਾ ਖਿਆਲ ਆਪੇ ਸਾਰਾ ਕੰਮ ਸਿੱਧਾ ਕਰ ਦੇਣਗੇ, ਸਮਝਾ ਦੇਣਗੇ ਉਹ ਗੱਲ ਨੂੰ। ਫਿਰ ਇਹਦਾ ਮਤਲਬ ਵਾਹਿਦ ਹੱਲ ਜਿਹੜਾ ਇਮਤਿਆਜ਼ ਭਾਈ ਦੇਖੋ ਨਾ ਉਹਨਾਂ ਦੀ ਇੱਕ ਇਮਤਿਆਜ਼ੀ ਸ਼ਾਨ ਹੈ। ਨੂੰ ਵਾਅਦੇ ਜੋ ਕਰ ਦਿੰਦੇ ਹੋਏ ਨਹੀਂ ਮੈਂ ਇਸ ਲਈ ਥੱਲੇ ਬਹਿ ਕੇ ਬੜੇ ਪਿਆਰ ਨਾਲ ਸੁਣ ਰਿਹਾ ਸਾਂ ਕਿ ਮੈਨੂੰ ਨਾ ਹੀ ਆਉਣ ਦਾ ਉੱਤੇ ਵੀ ਕਹਿ ਲਓ ਕਿ ਜ਼ਹਿਮਤ ਕਰਨੀ ਪਏ ਕਿਉਂਕਿ ਜਿਹੜੀ ਗੱਲ ਕਰ ਰਹੇ ਨੇ ਤਾਰਕ ਸਾਹਿਬ ਅਸਲ ਤੇ ਗੱਲ ਇਹੀ ਹੈ ਹੁਸੈਨ ਸਾਹਿਬ ਕਿ ਅਮਨ ਅਜ਼ੀਜ਼ ਸਾਹਿਬ ਨੂੰ ਚਾਹੀਦਾ ਜਵਾਬ। ਠੀਕ ਹੈ ਨਾ। ਇਹ ਸਵਾਲ ਨੰਬਰ 6 ਦੇ ਜਵਾਬ ਦੇ ਵਿੱਚ ਮਿਰਜ਼ਾ ਸਾਹਿਬ ਅਲੈਹ ਸਲਾਤੁ ਵਸਲਾਮ ਨੇ ਕੀ ਤਹਰੀਰ ਫਰਮਾਇਆ, ਉਹਦਾ ਕੀ ਤੁਹਾਨੂੰ ਸਮਝ ਆਈ ਹੈ। ਅਗਰ ਉਹ ਸਮਝ ਇੱਕ ਬੰਦੇ ਨੂੰ ਪੁੱਛਣ ਤੇ ਆਪਣੀ ਸਮਝ ਵਾਸਤੇ ਫਿਰ ਤਾਂ ਠੀਕ ਹੈ ਜਾਂ ਅਗਰ ਉਹਨਾਂ ਨੂੰ ਕੋਈ ਇਤਰਾਜ਼ ਹੋਵੇ ਉਹਦਾ ਜਵਾਬ ਮੰਗਣ ਉਹਦਾ ਵੀ ਜਵਾਬ ਦਿੱਤਾ ਜਾ ਸਕਦਾ। ਲੇਕਿਨ ਅਗਰ ਲੈਣੇ ਨੇ ਮਜ਼ੇ ਠੀਕ ਹੈ ਨਾ ਕਿ ਬਈ ਇਹਦੇ ਕੋਈ ਪੁੱਛਣੇ ਆ ਉਹਦੇ ਕੋਈ ਪੁੱਛਣੇ ਆ ਤੇ ਉਹਦੇ ਵਾਸਤੇ ਤੇ ਫਿਰ ਕਹਿ ਲਓ ਕਿ ਮੁਸ਼ਕਿਲ ਹੈ ਨਾ ਕਿ ਬੰਦਾ ਐਨੀ ਟਾਈਮ ਵੇਸਟ ਆਪਣਾ ਕਰਦਾ। ਨਹੀਂ ਇਹਨਾਂ ਨੂੰ ਬਿਲਕੁਲ ਨਹੀਂ ਦੱਸਣਾ ਚਾਹੀਦਾ ਐਵੇਂ ਖਾਮਖਾ ਇਹਨਾਂ ਨੂੰ ਫਾਇਦਾ ਨਾ ਪਹੁੰਚ ਜਾਏ। ਨਹੀਂ ਸਨ ਸਾਹਿਬ ਮੇਰੀ ਗੱਲ ਸੁਣੋ। ਇੱਕ ਚੀਜ਼ ਦਾ ਮਕਸਦ ਹੈ ਕਿ ਇਸ ਚੀਜ਼ ਦਾ ਮੈਨੂੰ ਇਹ ਜਵਾਬ ਨਹੀਂ ਇਹ ਡਿਸਕਲੇਮਰ ਬੜੇ ਜ਼ਰੂਰੀ ਨੇ ਵੀ ਜਿਹੜਾ ਤੁਹਾਡਾ ਜਵਾਬ ਸੁਣਨਗੇ ਉਹਨੂੰ ਕਿਧਰੇ ਗਲਤ ਇਸਤੇਮਾਲ ਨਾ ਕਰ ਲੈਣ, ਉਹਦੇ ਤੋਂ ਫਾਇਦਾ ਨਾ ਉਠਾ ਲੈਣ। ਨੀਅਤ ਇਹਨਾਂ ਦੀ ਕੀ ਹੈ ਪਹਿਲੇ ਸਾਰੀਆਂ ਗੱਲਾਂ ਵਾਅਦੇ ਕਰਨ। ਇਹ ਕੀ ਕਰਨਗੇ, ਉਹਨੂੰ ਕਿਸ ਤਰ੍ਹਾਂ ਸਮਝਣਗੇ, ਕੀ ਉਹਦੇ ਤੋਂ ਉਹਦਾ ਰੱਦ ਅਮਲ ਜ਼ਾਹਿਰ ਕਰਨਗੇ। ਇਹ ਪੁੱਛਣ ਦੀ ਨੀਅਤ ਨੇਕ ਹੈ ਜਾਂ ਨਹੀਂ ਨੇਕ ਜਾਂ ਕੋਈ ਸ਼ਰਾਰਤ ਪਿੱਛੇ ਮਬਨੀ ਹੈ।
ਅਸੀਂ ਖੁਲਾਸਾ ਕੇ ਦੱਸਣਾ, ਅਸੀਂ ਉਹਨਾਂ ਦਾ ਇਮਤਿਹਾਨ ਸ਼ੁਰੂ ਕਰ ਦਿੰਦੇ ਹਾਂ। ਠੀਕ ਹੈ, ਨਹੀਂ ਫਿਰ ਇੰਜ ਕਰ ਲੈਂਦੇ ਆ ਕਿ ਮੈਂ ਇਹ ਗੱਲ ਕਰ ਦਿੰਦਾ ਵਾਂ ਇੱਥੇ Yeah. ਕਿ ਜੋ ਤਾਰਕ ਸਾਹਿਬ ਸਮਝਾ ਰਹੇ ਨੇ ਮੈਂ ਵੀ ਉਹੀ ਸਮਝਾਣਾ, ਮੈਂ ਇਸ ਤੋਂ ਬਾਅਦ ਨਹੀਂ ਸਮਝਾ ਸਕਦਾ। ਫਿਰ ਤੇ ਨਹੀਂ ਨਾ ਕਹਿ ਲਓ ਕਿ ਦੂਜੇ ਬੰਦੇ ਕੋ ਜਾਣ ਦੀ ਲੋੜ ਹੈ ਇਹਨਾਂ ਨੂੰ। ਮੈਂ ਅਰਜ਼ ਕਰ ਰਿਹਾ ਵੀ ਤੁਸੀਂ ਉਹਦਾ ਪੜ੍ਹ ਕੇ ਕੋਈ ਸਾਰੀ ਕਿਤਾਬ ਦੀ ਗੱਲ ਨਹੀਂ ਕਰ ਰਹੇ। ਹਾਂਜੀ, ਉਹ ਸਵਾਲ ਜਿਹੜਾ ਹੈ ਉਹ ਕੋਈ 4 ਲਾਈਨਾਂ 'ਚ 4.5 ਲਾਈਨਾਂ 'ਚ ਹੋਏਗਾ 4.5 ਲਾਈਨਾਂ ਚ। ਹਾਂਜੀ ਤੇ ਠੀਕ ਹੈ, ਜਵਾਬ ਜਿਹੜਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ 1 ਸਫ਼ੇ ਤੇ ਹੋਏਗਾ। ਹਾਂਜੀ 1.5 ਸਫ਼ੇ ਦੇ ਪੌਣੇ ਸਫ਼ੇ ਦੇ ਬਰਾਬਰ ਜਵਾਬ ਹੈ ਸਾਰਾ। ਪੌਣੇ ਸਫ਼ੇ ਨੂੰ ਪੜ੍ਹ ਕੇ ਤੁਸੀਂ ਆਪਣੇ ਲਫ਼ਜ਼ਾਂ 'ਚ ਬਿਆਨ ਕਰਨਾ ਵੀ ਮਿਰਜ਼ਾ ਸਾਹਿਬ ਨੇ ਇਸ ਸਵਾਲ ਦਾ ਇਹ ਜਵਾਬ ਦਿੱਤਾ ਹੈ। ਠੀਕ ਹੈ, ਅਸੀਂ ਉਹਨੂੰ ਇੰਜੋਏ ਕਰਾਂਗੇ, ਤੁਹਾਨੂੰ ਵੀ ਫਾਇਦਾ ਪਹੁੰਚੇਗਾ, ਸਾਨੂੰ ਵੀ ਫਾਇਦਾ ਪਹੁੰਚੇਗਾ, ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਫਾਇਦਾ ਪਹੁੰਚੇਗਾ। ਤੁਸੀਂ ਵੀ ਬਿਆਨ ਕਰੋ, ਰੀਅਲ ਸਾਹਿਬ ਵੀ ਬਿਆਨ ਕਰਨ, ਮੁਹੰਮਦ ਅਹਿਮਦ ਸਾਹਿਬ ਵੀ ਬਿਆਨ, ਜਿਹੜਾ ਅਹਿਮਦੀ ਬਿਆਨ ਕਰਨਾ ਚਾਹੇ ਉਹ ਕਰੇ, ਸਾਨੂੰ ਬੜੀ ਖੁਸ਼ੀ ਹੋਏਗੀ। ਠੀਕ, ਤੇ ਦੁਰਾਈ ਹੋਏਗੀ, ਉਹਦੇ ਨਾਲ ਨੁਕਸਾਨ ਕੀ ਹੋਏਗਾ, ਫਾਇਦਾ ਹੀ ਹੋਏਗਾ। ਨਹੀਂ ਨੁਕਸਾਨ ਨਹੀਂ। ਅੱਛਾ ਮੈਂ ਚਲੋ ਤੁਹਾਨੂੰ ਬਰਾੜ ਦੇ ਵੀ ਨਿਹਾਇਤ ਮੁਅੱਦਬਾਨਾ ਤਰੀਕੇ ਨਾਲ ਗੱਲਬਾਤ ਕਰਦਾ ਰਿਹਾ, ਔਰ ਉਹਨਾਂ ਦੇ ਵੀ ਜਿਹੜੇ ਦੋਸਤ ਉੱਥੇ ਮੌਜੂਦ ਸਨ। ਅਜੇ ਤੁਸੀਂ ਹੁਣ ਕਰ ਚੁੱਕੇ ਹੋ, ਹੁਣ ਨਹੀਂ ਤੁਸੀਂ ਸਾਨੂੰ ਇਹਦਾ ਫੈਜ਼ ਪਹੁੰਚਣ ਨਹੀਂ ਦੇਣਾ ਤੁਸੀਂ ਹੁਣ। ਖੁਦਾ ਦੇ ਬੰਦੇ ਗੱਲ ਤੇ ਸੁਣ ਲਿਆ ਕਰੋ ਜੀ ਜੀ, ਕਿ ਉਹਨਾਂ ਵੀ ਕੋਈ ਐਸੀ ਗੱਲ ਨਹੀਂ ਕੀਤੀ ਜਿਹਦੇ ਨਾਲ ਮੇਰੀ ਦਿਲਆਜ਼ਾਰੀ ਹੋਏ ਜਾਂ ਕਿਸੇ ਹੋਰ ਇਹਦੇ ਦਿਲਦਾਰੀ ਦਾ ਤੇ ਲਫ਼ਜ਼ ਹੈ ਹੀ ਕੋਈ ਨਹੀਂ ਕਿਸੇ ਗੱਲ ਸੁਣੋ। ਹੁਣ ਮੈਂ ਕਿਤਾਬ ਰੱਖ ਦਿੱਤੀ ਹੈ, ਮੈਂ ਉਹਦਾ ਸਫਾ ਜਿਹੜਾ ਉਹ ਉੱਥੇ ਵੀ ਪੜ੍ਹ ਲਿਆ ਸੀ, ਲੇਕਿਨ ਮੈਂ ਇਹ ਬਿਆਨ ਨਹੀਂ ਕੀਤਾ ਪੜ੍ਹ ਕੇ। ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਪੜਿਆ ਤੇ ਮੈਂ ਤੇ ਸਿਰਫ ਇਹ ਕਹਿਣਾ ਪਿਆ ਹਜ਼ਰਤ ਜੇ ਤੁਸੀਂ ਪੜਿਆ ਤੇ ਤੁਸੀਂ ਵੀ ਖੁਲਾਸਾ ਸੁਣਾ ਦਿਓ। ਅਜ਼ੀਜ਼ ਭਾਈ ਮੇਰੀ ਗੱਲ ਸੁਣੋ, ਅਜ਼ੀਜ਼ ਭਾਈ ਆਮਨ ਨਜ਼ੀਰ ਸਾਹਿਬ ਕਿਉਂਕਿ ਮੇਰੇ ਚ ਉਮਰ ਨਾਲ ਛੋਟੇ ਨੇ, ਇਸ ਵਾਸਤੇ ਮੈਂ ਅਜ਼ੀਜ਼ਮ ਕਹਿ ਸਕਦਾ ਉਹਨਾਂ ਨੂੰ। ਠੀਕ ਹੈ, ਉਹਨਾਂ ਨੇ ਬਰਾੜ ਲਾਈ ਸੀ, ਉੱਥੇ ਬਹਿ ਕੇ ਪੜਿਆ ਤੇ ਇੱਥੇ ਤੁਸੀਂ ਉਹਦਾ ਖੁਲਾਸਾ ਨਹੀਂ ਦੱਸਣਾ ਸਾਨੂੰ, ਤਾਂ ਕਿ ਅਸੀਂ ਕਿਧਰੇ ਖੁਦਾ ਪੜਿਆ, ਉੱਥੇ ਵੀ ਖੁਲਾਸਾ ਬਿਆਨ ਕੀਤਾ। ਉਹਨਾਂ ਨੇ ਕਿਹਾ ਜੀ ਸਫਾਈ ਹੋਣਾ, ਇੱਥੇ ਨਹੀਂ ਤੁਸੀਂ ਦੱਸਣਾ। ਠੀਕ ਹੈ, ਹੁਣ ਇੱਥੇ ਮੈਂ ਦੱਸਦਾ ਪਿਆ, ਤੁਸੀਂ ਦੱਸਿਆ ਤੇ ਹੈ ਵੇ ਉਹਨਾਂ ਨੇ ਖੁਲਾਸਾ ਦੱਸ ਮੈਂ ਦਿੱਤਾ। ਤਾਂ ਨਹੀਂ ਸੁਣਿਆ, ਫਿਰ ਮੇਰਾ ਨਹੀਂ ਅੱਛਾ ਧਿਆਨ ਹੁਣ ਰਿਹਾ। ਤੁਸੀਂ ਗੌਰ ਮੈਂ ਤੇ ਤੁਹਾਡੇ ਦੋਹਾਂ ਕੋਲੋਂ ਹਾਂਜੀ 11-22 ਸਾਹਿਬ ਖੁਲਾਸਾ ਦੱਸ ਦੇਣ ਤੇ ਤੁਸੀਂ ਵੀ ਖੁਲਾਸਾ ਦੱਸ ਦਿਓ ਆਪਣੇ ਆਪਣੇ ਲਫ਼ਜ਼ਾਂ ਵਿੱਚ। ਯਾਨੀ ਦੋਨਾਂ ਦਾ ਕਿਉਂ ਜ਼ਰੂਰੀ ਹੈ ਸਾਨੀ ਸਾਹਿਬ, ਇਹ ਦੱਸੋ ਜ਼ਰਾ। ਮੈਂ ਦੋਹਾਂ ਦਾ ਨਹੀਂ, ਮੈਂ ਤੇ ਤਿੰਨਾਂ ਦਾ ਪਿਆ ਕਰਨਾ ਹੈ ਜਿਹੜੇ ਸਾਡੇ ਨੇ। ਤਿੰਨਾਂ ਜ਼ਰੂਰੀ ਕਿਉਂ ਹੋਵੇ, 4-5 ਆਦਮੀ ਉਹਦਾ ਦੱਸਣ ਤੇ ਦੁਹਰਾਈ ਹੋਏਗੀ ਤੇ ਸਾਨੂੰ ਯਾਦ ਹੋ ਜਾਏਗਾ। ਨਾਲੇ ਤੁਸੀਂ ਫਿਰ ਤਿੰਨਾਂ ਚਾਰਾਂ ਚ ਜਿਹੜਾ ਤਨਾਕਤ ਕੱਢ ਬੈਠੋਗੇ। ਹਾਂ ਇਹ ਹੋਏਗਾ ਤਿੰਨਾਂ ਚਾਰਾਂ ਦੀ ਅੰਡਰਸਟੈਂਡਿੰਗ ਦੇ ਵਿੱਚ ਤੁਸੀਂ ਤਨਾਕੁਸ ਕੱਢੋਗੇ। ਠੀਕ ਹੈ, ਮਤਲਬ ਇਹ ਕਿ ਮੁਖਤਲਿਫ ਰਾਏ ਕੱਢੋਗੇ। ਬਜਾਏ ਖੁਲਾਸਾ ਕੱਢਣ ਦੇ ਤੁਸੀਂ ਮੈਂ ਖੁਲਾਸਾ ਜਿਹੜਾ ਉਹ ਮੇਰੀ ਐਡੀਟਿੰਗ ਕਰਨੀ ਹੈ, ਤੂੰ ਇਹ ਕਰੇਗਾ ਤੂੰ ਇਹ ਕਰੇਗਾ, ਇਸ ਵਾਸਤੇ ਹਾਂਜੀ ਮੈਂ ਸਾਨੀ ਸਾਹਿਬ ਤੁਹਾਡਾ ਅਸੂਲ ਬਿਆਨ ਕਰਨਾ। ਅਸੂਲ ਜਿਹੜਾ ਤੁਸੀਂ ਮੇਰਾ ਕੋਈ ਰੱਖਦੇ ਅਸੂਲ ਨਹੀਂ ਹੋ ਯਾਰ, ਕਿ ਮੈਂ ਕੁਝ ਵੀ ਅਗਰ- ਨਹੀਂ ਕਰਾਂਗਾ। ਮੈਂ ਸੁਣ ਤੇ ਲਓ। ਮੈਂ ਕੋਈ ਨਹੀਂ ਕਰਾਂਗਾ, ਮੈਂ ਸਿਰਫ ਸੁਣਾਂਗਾ। ਹੁਸੈਨੀ ਭਾਈ ਮੈਂ ਮੁਕਦੀ ਮੁਕਾਨਾ, ਮੈਂ ਤੁਹਾਡੀ ਖਿਦਮਤ ਤੇ ਗੁਜ਼ਾਰਿਸ਼ ਕਰਨਾ ਕਿ ਗੱਲ ਖਿਲਾਰਨੀ ਨਹੀਂ ਹੈਗੀ। ਜਾ ਹੁਣ ਅਸੀਂ ਇਸ ਗੱਲ ਨੂੰ ਥੋੜਾ ਜਿਹਾ ਕੁੰਝ ਲੈਣੇ ਆ, ਜਾ ਬਹੁਤ ਅੱਛੀ ਗੱਲ ਹੈ। ਜਾ ਠੀਕ ਹੈ ਨਾ। ਜਾ ਉਹਦੇ ਵਿੱਚ ਮਿਰਜ਼ਾ ਸਾਹਿਬ ਇਹੀ ਫਰਮਾ ਰਹੇ ਨੇ ਜਾ ਕਿ ਜਿਹੜਾ ਮੇਰੇ ਇਸ ਦਾਅਵੇ ਨੂੰ, ਜਾ ਉਹਨਾਂ ਦਾ ਦਾਅਵਾ ਮੇਨ ਤੇ ਇਹ ਹੈ ਨਾ ਕਿ ਮੈਂ ਮੁਹੰਮਦ ਰਸੂਲullah ਦਾ ਖਾਦਮ ਹਾਂ, ਮੈਂ ਉਹਨਾਂ ਦਾ ਪੇਸ਼ਗੋਈਆਂ ਦੇ ਮੁਤਾਬਕ ਇਮਾਮ ਮਹਿਦੀ ਹਾਂ ਜਾਂ ਮਸੀਹ ਮਊਦ ਹਾਂ। ਇਹੋ ਹੀ ਉਹਦੇ ਚ ਬਿਆਨ ਕੀਤਾ ਇਸ ਜਿੱਥੋਂ ਤੁਸੀਂ ਪੜ੍ਹ ਰਹੇ ਹੋ, ਉਹਦੇ ਚ ਗੱਲਾਂ ਹੈ ਨਹੀਂ। ਹੁਣ ਫਿਰ ਜਾਂ ਤੇ ਫਿਰ ਮੇਰੇ ਲਫ਼ਜ਼ ਨਾਲ ਤੁਸੀਂ ਨਹੀਂ ਮੈਂ ਤੁਸੀਂ ਬੋਲਦੇ ਜਾਓ, ਮੈਂ ਤੇ ਸਿਰ ਉਂਝ ਹੀ ਪੁੱਛਿਆ ਵੀ ਇਹ ਗੱਲ ਠੀਕ ਹੈ। ਉਹ ਇੰਪੋਜ਼ ਨਾ ਕਰੋ। ਅੱਛਾ ਤੁਸੀਂ ਬਾਹਰੋਂ ਹੋਰ ਚੀਜ਼ਾਂ ਪਾ ਰਹੇ ਹੋ। ਠੀਕ ਹੈ, ਠੀਕ ਨਹੀਂ, ਪਾਓ ਮੈਂ ਉਹ ਨਹੀਂ ਪਾ ਰਿਹਾ। ਅੱਛਾ ਠੀਕ ਮੈਂ ਹੈ, ਤਾਂ ਫਿਰ ਉਹ ਜਿਹੜੀ ਮੁਖਤਸਰ ਗੱਲ ਹੈ, ਠੀਕ ਹੈ, ਮੁਖਤਸਰ ਤੁਸੀਂ ਗੱਲ ਸੁਣਾ ਦੇ ਤੌਰ ਤੇ ਰਹੇ। ਹੁਸੈਨੀ ਸਾਹਿਬ ਕੋਲੋਂ ਕੋਈ ਪੁੱਛਦਾ ਜੀ ਤੁਸੀਂ ਕੌਣ ਹੁੰਦੇ ਹੋ, ਠੀਕ ਹੈ ਜੀ, ਹੁਸੈਨੀ ਸਾਹਿਬ ਫਰਮਾਉਂਦੇ ਨੇ ਮੈਂ ਜਿਹੜਾ ਜੀ ਸਿਰਫ ਮੁਸਲਮਾਨ, ਠੀਕ ਹੈ ਜੀ, ਨਥਿੰਗ ਐਲਸ। ਠੀਕ ਹੁਣ ਮੈਂ ਉੱਠ ਕੇ ਕਹਿੰਦਾ ਯਾਰ ਇਹ ਹੁਸੈਨੀ ਮੁਸਲਮਾਨ ਤੇ ਕਹਿ ਰਹੇ ਨੇ ਆਪਣੇ ਨੂੰ, ਪਰ ਇਹ ਮੁਸਲਮਾਨ ਹੈ ਨਹੀਂ। ਸਹੀ ਗੱਲ ਹੈ। ਉਹ ਜਿਹੜੀ ਮੈਂ ਤੁਹਾਡੀ ਤਕਫੀਰ ਕਰ ਰਿਹਾ ਨਾ, ਜਾ ਉਹ ਫਿਰ ਮੁਤਾਬਕ ਹਦੀਸ ਨਬੀ ਉਹ ਕੁਫਰ ਮੇਰੇ ਤੇ ਲੋਟ ਆਂਦਾ। ਇਹੀ ਗੱਲ ਮਿਰਜ਼ਾ ਸਾਹਿਬ ਨੇ ਕਹੀ। ਇਸ ਤੋਂ ਹੁਣ ਮੈਂ ਡਿਟੇਲ ਹੈ ਆਪਣੇ ਲਿਫਾਜ਼ ਵਿੱਚ ਬਿਆਨ ਨਹੀਂ ਕਰ ਸਕਦਾ। ਮਤਲਬ ਇਹ ਤੁਸੀਂ ਠੀਕ ਹੋ ਗਿਆ, ਇਹ ਖੁਲਾਸਾ ਹੈ ਹਾਂਜੀ ਜੀ। 11 ਭਾਈ ਸਾਹਿਬ ਤੁਸੀਂ ਦੱਸੋ, ਤੁਸੀਂ ਕੀ ਇਸ ਖੁਲਾਸਾ ਕੱਢਿਆ? ਮੈਂ ਜਿਹੜਾ ਖੁਲਾਸਾ ਕੱਢਿਆ ਉਹ ਉਹੀ ਕੱਢਿਆ ਜੋ ਤਾਰਕ ਸਾਹਿਬ ਨੇ ਕੱਢਿਆ। ਮਤਲਬ ਬੜਾ ਮੁਖਤਸਰ ਕੰਮ ਕੀਤਾ ਹੈ ਕਿ ਤੁਹਾਨੂੰ ਬਿਆਨ ਨਾ ਕਰਨਾ ਪਵੇ। ਹਾਲਾਂਕਿ ਇੰਜ ਨਹੀਂ ਹੁੰਦਾ। ਨਹੀਂ ਇਸ ਤੋਂ ਇਲਾਵਾ ਲਫ਼ਜ਼ਾਂ 'ਚ ਬਿਆਨ ਕਰੋ, ਇਸ ਤੋਂ ਇਲਾਵਾ ਵੀ ਇਹ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ ਨਾ ਕੀ ਕਿਹਾ। ਜਵਾਬ ਦੇ ਵਿੱਚ ਤੁਸੀਂ ਵਾਕਈ ਪੜ੍ਹਿਆ ਉਹਨੂੰ ਜਵਾਬ ਨੂੰ? ਤੁਹਾਡੇ ਨਾਲ ਤਕਰੀਬਨ 2-3 ਵਾਰੀ ਪੜਿਆ
ਕਿ ਕੋਈ 2-3 ਵਾਰੀ ਮੇਰੇ ਨਾਲ ਨਹੀਂ extra ਪੜਿਆ, ਮੇਰੇ ਨਾਲ ਨਹੀਂ ਪੜਿਆ। ਨਹੀਂ ਇੱਥੇ ਬਰਾੜ ਤੇ ਬਹਿ ਕੇ ਪਤਾ ਨਹੀਂ, ਮੈਂ ਨਹੀਂ ਸੁਣਿਆ ਕਦੇ। ਨਹੀਂ ਮੈਂ ਤਾਂ ਹੁਣ ਕਿਆ ਕਹਿਣਾ, ਮੈਂ ਹੁਣ ਅੱਜ ਤਾਜ਼ੀ ਗੱਲ ਹੈ। ਅੱਜ ਤਾਜ਼ਾ ਪੜ੍ਹਿਆ ਨਹੀਂ ਤੁਸੀਂ ਪੜਿਆ, ਅੱਜ ਕਿਧਰੇ? ਮੈਂ ਤਾਜ਼ਾ ਨਹੀਂ ਪੜਿਆ, ਮੈਂ ਇਹ ਚਾਹ ਰਿਹਾ ਅੱਜ ਨਹੀਂ ਪੜਿਆ ਤੁਸੀਂ? ਅੱਜ ਪੜਿਆ ਜਾਂ ਨਹੀਂ ਪੜਿਆ? ਅੱਜ ਨਹੀਂ ਪੜਿਆ, ਹੈਂ? ਅੱਜ ਨਹੀਂ ਪੜਿਆ, ਅੱਜ ਨਹੀਂ ਪੜਿਆ ਤਾਂ ਫਿਰ ਤੁਹਾਡਾ ਇਹ ਕਹਿਣਾ ਕਿ ਮੇਰਾ ਇਹੋ ਹੀ, ਉਹ ਸਿਰਫ ਤਾਇਦ ਕਰਨਾ ਤੇ ਹੈ, ਲੇਕਿਨ ਖੁਲਾਸਾ ਬਿਆਨ ਕਰਨਾ ਨਹੀਂ। ਤੁਸੀਂ ਮਿਹਰਬਾਨੀ ਕਰਕੇ ਉਹਨੂੰ ਪੜ੍ਹੋ ਤੇ ਆਪਣੇ ਲਫ਼ਜ਼ਾਂ 'ਚ ਸਾਨੂੰ ਹਾਂ ਮੇਰੀ ਗੱਲ ਸੁਣ ਲਓ। ਮੈਂ ਜਿਹੜੀ ਨੀਅਤ ਲੈ ਕੇ ਇਹ ਅਮਨ ਨਜ਼ੀਰ ਸਾਹਿਬ ਦੇ ਨਾਲ ਉੱਥੋਂ ਬਰਾੜ ਤੋਂ ਥੱਲੇ ਉਤਰਿਆ ਸਾਂ ਤੇ ਤੁਹਾਡੇ ਕੋਲ ਆਇਆ ਸਾਂ ਨਾ, ਉਹ ਮੇਰੀ ਨੀਅਤ ਇਹ ਸੀ ਕਿ ਤੁਸੀਂ ਸਵਾਲ ਪੜ੍ਹਦੇ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਉਹ ਜਵਾਬ ਪੜ੍ਹ ਦਿੰਦੇ, ਠੀਕ ਹੈ। ਜਿੰਨੇ ਅਹਿਮਦੀ ਬੰਦੇ ਇੱਥੇ ਬੈਠੇ ਨੇ ਉਹਨਾਂ ਕੋ ਉਹਨਾਂ ਦਾ ਜਿਸ ਤਰ੍ਹਾਂ ਤੁਸੀਂ ਚਾਹ ਰਹੇ ਸੋ, ਠੀਕ ਹੈ, ਉਹਦੇ ਉੱਤੇ ਪੁੱਛ ਲੈਂਦੇ ਕਿ ਤੁਹਾਨੂੰ ਕੀ ਸਮਝ ਆਈ ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਗੱਲ ਨੂੰ ਕਲੋਜ਼ ਕਰ ਦਿੰਦੇ, ਫਿਰ ਸਾਨੂੰ ਮੌਕਾ ਦਿੰਦੇ, ਅਸੀਂ ਇੱਕ ਇਬਾਰਤ, ਅਸੀਂ ਇੱਕ ਅਕੀਦਾ, ਅਸੀਂ ਇੱਕ ਆਡੀਓ ਰੱਖਦੇ, ਠੀਕ ਹੈ, ਤੁਹਾਡੇ ਤੇ ਅਮਨ ਨਜ਼ੀਰ ਸਾਹਿਬ ਦੇ ਦਰਮਿਆਨ। ਇਸ ਗੱਲ ਤੋਂ ਬਾਅਦ ਯਾਨੀ ਕਿ ਜਦੋਂ ਤੁਸੀਂ ਆਪਣਾ ਮਕਸਦ ਪੂਰਾ ਕਰ ਲੈਂਦੇ, ਉਸ ਤੋਂ ਬਾਅਦ ਫਿਰ ਅਸੀਂ ਰੱਖਦੇ, ਅਸੀਂ ਤੁਹਾਨੂੰ ਤੇ ਤੁਹਾਡੇ ਅਲਾਮਾ ਸਾਹਿਬ ਨੂੰ ਇੱਕ ਸਵਾਲ ਪੁੱਛਦੇ, ਜਿਹੜੀ ਕਿ ਆਡੀਓ ਵੀ ਥੋੜੀ ਪੁਰਾਣੀ ਵੀ ਨਹੀਂ ਹੈ, ਕਹਿ ਲਓ ਕਿ ਕੱਲ ਪਰਸੋਂ ਦੀ ਆਡੀਓ ਹੀ ਹੈ। ਉਹਦੇ ਵਿੱਚ ਤੁਸੀਂ ਆਪਣਾ ਮੰਨਣਾ ਤੇ ਅਮਨ ਨਜ਼ੀਰ ਸਾਹਿਬ ਨੇ ਆਪਣਾ ਮੰਨਣਾ, ਆਪਣੀ ਈਮਾਨ ਦੱਸਿਆ ਕਿ ਉਹ ਮੁਹੰਮਦ ਰਸੂਲੁल्लाह सल्लल्लाहु अलैहि वसल्लम ਨੂੰ 40 ਸਾਲ ਪਹਿਲਾਂ ਕੀ ਮੰਨਦੇ ਨੇ ਤੇ ਕੀ ਸਮਝਦੇ ਨੇ, ਤੇ ਤੁਸੀਂ ਕੀ ਸਮਝਦੇ ਸੋ ਤੇ ਕੀ ਮੰਨਦੇ ਸੋ। ਅਸੀਂ ਫਿਰ ਉਹਦੇ ਤੇ ਗੱਲ ਕਰੀਏ, ਜਿਸ ਤਰ੍ਹਾਂ ਇਹ ਤੁਸੀਂ ਤਫਸੀਲਨ ਗੱਲ ਸਮਝ ਰਹੇ ਹੋ। ਸਾਨੂੰ ਵੀ ਕੁਝ ਚੀਜ਼ਾਂ, ਕੋਈ ਸਵਾਲ ਜਵਾਬ ਹੈ ਨੇ ਜਿਹੜੇ ਸਾਡੇ ਜ਼ਿਹਨ ਦੇ ਵਿੱਚ ਨੇ, ਕਿ ਉਹ ਫਿਰ ਉਸ ਤੋਂ ਬਾਅਦ ਅਸੀਂ ਉਹਦੇ ਤੇ ਚੱਲੀਏ। ਇਹ ਹੁਣ ਮਤਲਬ ਹੈ ਕਿ ਤੁਹਾਨੂੰ ਜਦੋਂ ਇਹ ਕਿਹਾ ਜਾਏ ਕਿ ਹਕੀਕਤੁਲ ਵਹੀ ਦੇ ਮੁਤਲਕ ਮਸੀਹ ਮੌਦ ਇਸਲਾਮ ਨੇ ਫਰਮਾਇਆ ਹੈ ਕਿ ਕਿਤਾਬਾਂ ਦਾ ਖੁਲਾਸਾ ਹੈ ਤੇ ਇਹਦੇ ਵਿੱਚੋਂ ਇਹਨੂੰ ਪੜ੍ਹਨਾ ਚਾਹੀਦਾ ਹੈ, ਤੇ ਤਬਰਕ ਦੇ ਤੌਰ ਤੇ ਸਵਾਲ ਨੰਬਰ 6 ਪੜ੍ਹ ਕੇ ਉਹਦਾ ਜਵਾਬ ਪੜ੍ਹ ਕੇ ਖੁਲਾਸਾ ਸਮਝਾ ਦਿਓ। ਤੇ ਤੁਸੀਂ ਇਸ ਗੱਲ ਨੂੰ ਚੈਲੰਜ ਦੇ ਤੌਰ ਤੇ ਲੈ ਲਿਆ ਕਿ ਹੁਣ ਤੁਹਾਡਾ ਇਮਤਿਹਾਨ ਲਵਾਂਗੇ, ਅਸੀਂ ਵੀ ਤੁਹਾਡੇ ਤੇ ਸਵਾਲ ਪਾਵਾਂਗੇ, ਦੇਖਾਂਗੇ ਤੁਹਾਡਾ ਕੀ ਬਣਦਾ। ਨਹੀਂ ਮੈਂ ਤੁਹਾਨੂੰ ਆਪਣੀ ਨੀਅਤ ਦੱਸੀ ਹੈ ਕਿ ਮੈਂ ਕਿਹੜੀ ਨੀਅਤ ਨਾਲ ਆਇਆ ਸਾਂ ਕਿ ਸਵਾਲ ਪੜਿਆ ਜਾਏਗਾ, ਤੁਹਾਡਾ ਮਸਲਾ ਹੱਲ ਕੀਤਾ ਜਾਏਗਾ, ਤੁਹਾਡੀ ਜਿਹੜੀ ਰਿਸਰਚ ਹੈ ਤੁਹਾਡੀ ਨੀਅਤ ਤੇ ਕੀਤਾ ਜਾਏਗਾ। ਹਾਂ, ਮੇਰਾ ਖਿਆਲ ਤੇ ਠੀਕ ਹੀ ਹੈ ਕਿ ਤੁਸੀਂ ਬੜੇ ਅੱਛੀ ਨੀਅਤ ਦੇ ਬੰਦੇ ਹੋ, ਅੱਛਾ, ਔਰ ਤੁਸੀਂ ਸੱਚੇ ਬੰਦੇ ਹੋ। ਅੱਛੀ ਗੱਲ ਤੁਸੀਂ ਕੀਤੀ ਹੈ ਕਿ ਤੁਸੀਂ ਉਹ ਨਹੀਂ ਪੜਿਆ, ਤੇ ਤੁਸੀਂ ਉਹ ਜਦੋਂ ਪੜ੍ਹ ਲਓਗੇ ਤੇ ਉਹਦਾ ਖੁਲਾਸਾ ਦੱਸ ਦੋਗੇ, ਬਸ ਇਤਨੀ ਗੱਲ ਹੈ। ਹਾਂਜੀ ਚਲੋ ਠੀਕ ਹੈ, ਬਹੁਤ ਸ਼ੁਕਰੀਆ। ਲੇਕਿਨ ਮੈਂ ਕਹਿ ਰਿਹਾ ਸਾਂ ਕਿ ਮੈਂ ਤੁਹਾਨੂੰ ਇਹ ਦੱਸਿਆ ਕਿ ਮੈਂ ਕਿਹੜੀ ਨੀਅਤ ਨਾਲ ਆਇਆ ਸਾਂ ਕਿ ਤੁਸੀਂ ਪੜ੍ਹ ਕੇ ਸੁਣਾਉਂਦੇ, ਵਰਨਾ ਇਹ ਵੇ ਕਿ 1 ਮਿੰਟ ਲੱਗਣਾ ਮੈਨੂੰ ਲੈਪਟਾਪ ਆਨ ਕਰਨ ਲੱਗਿਆ ਤੇ ਮੈਂ ਉਹ ਖੁਦ ਵੀ ਪੜ੍ਹ ਕੇ ਤੁਹਾਨੂੰ ਸੁਣਾ ਸਕਣਾ। ਪੜ੍ਹ ਕੇ ਸੁਣਾਉਣ ਤੋਂ ਬਾਅਦ ਸੁਣਾਣਾ, ਪੜ੍ਹ ਕੇ ਤੁਸੀਂ ਪੜ੍ਹਨਾ ਹੈ ਇੱਕ ਸਫੇ ਦਾ, ਇਹਨੂੰ ਕਹਿੰਦੇ ਨੇ ਕਿਸੇ ਚੀਜ਼ ਦਾ ਇਮਤਿਹਾਨ ਵਿੱਚ ਵੀ 9ਵੀਂ 10ਵੀਂ ਚ ਆਉਂਦਾ ਹੈ ਕਿ ਇਬਾਰਤ ਤੋਂ ਅਸੀਂ ਪੜ੍ਹ ਕੇ ਤੇ ਇਹਦੇ ਚੋਂ ਆਪਣੇ ਲਫ਼ਜ਼ਾਂ ਦੇ ਮੁਤਾਬਕ ਉਹਦਾ ਮਤਲਬ ਹੁੰਦਾ ਹੈ ਅੰਡਰਸਟੈਂਡਿੰਗ, ਕਿ ਤੁਹਾਡੇ ਅੰਡਰਸਟੈਂਡਿੰਗ ਦੀ ਕਿਤਨੀ ਕਾਬਲੀਅਤ ਹੈ। ਉਹ ਤਾਂ ਮੈਂ 6 ਦਫਾ ਪੜ੍ਹਿਆ, 6 ਦਫਾ ਤੇ ਮੈਂ ਪੜ੍ਹਿਆ, 6 ਦਫਾ ਪੜ੍ਹਿਆ, ਦੱਸੋ ਫਿਰ ਸੁਣਾਓ। ਹਾਂਜੀ ਮੈਂ ਉਹਦੀ ਅੰਡਰਸਟੈਂਡਿੰਗ ਦੱਸ ਦਿੰਦਾ ਵਾ, ਦੱਸੋ ਕੀ ਹੈ। ਕਿ ਮਿਰਜ਼ਾ ਸਾਹਿਬ अलैहिस्सलाम ਦਾ ਉਹ ਜਿਹੜਾ ਅਲ ਜਵਾਬ ਹੈ ਨਾ, ਉਹਦੇ 'ਚ ਇਹ ਕਹਿਣਾ ਵੇ ਕਿ ਇਸ ਤਰ੍ਹਾਂ ਹਰ ਬੰਦਾ ਕਾਫਰ ਐਵੇਂ ਨਹੀਂ ਹੋ ਜਾਂਦਾ, ਜਿਵੇਂ ਕਿ ਮਿਸਾਲ ਦੇ ਤੌਰ ਤੇ ਅਹਿਲੇ ਹਦੀਸ ਜਿਹੜੇ ਨੇ ਉਹ ਫਰਮਾਉਂਦੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਵਾਲਿदैन ਸਨ, ਜਿਹੜੇ ਕਿ ਉਹਨਾਂ ਦੀ ਨਬੂਵਤ ਦਾਅਵਾ ਤੋਂ ਪਹਿਲਾਂ ਹੀ ਫੌਤ ਹੋ ਗਏ ਨੇ, ਉਹ ਅੱਛਾ ਜੀ, ਮਤਲਬ ਕਿ ਮੇਰੇ ਅਲਫਾਜ਼ ਨਹੀਂ ਸੁਣਨੇ ਤਾਰਕ ਸਾਹਿਬ। ਨਹੀਂ, ਤੁਸੀਂ ਆਪਣੇ ਅਲਫਾਜ਼ ਤੇ ਸੁਣਾਓ। ਮੈਂ ਵੇਖੋ ਨਾ, ਮੈਂ ਤਫਸੀਲ ਨਾਲ ਸਮਝਾਣੀ ਹੈ ਜੋ ਉੱਥੇ ਮਿਰਜ਼ਾ ਸਾਹਿਬ ਨੇ ਬਿਆਨ ਕੀਤਾ। ਅਸੀਂ ਸਮਝਾਉਣ ਵਾਸਤੇ ਨਹੀਂ ਕਿਹਾ, ਹਾਂ, ਉਹਦਾ ਖੁਲਾਸੇ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀਆਂ ਗੱਲਾਂ ਉੱਥੇ ਬਿਆਨ ਹੋਈਆਂ ਨੇ, ਜਿਹੜੀਆਂ ਉੱਥੇ ਬਿਆਨ ਨਹੀਂ ਹੋਈਆਂ ਉਹ ਨਹੀਂ ਪਾਈਆਂ ਜਾ ਸਕਦੀਆਂ। ਅੱਛਾ, ਮਤਲਬ ਕਿ ਉਹ ਪਾਣੀਆਂ ਨਹੀਂ ਤੇ ਉਹਦਾ ਮੁਖਤਸਰ ਖੁਲਾਸਾ। ਠੀਕ ਹੈ ਜੀ, ਠੀਕ ਹੈ ਜੀ, ਇਹਦਾ ਤਾਲੁਕ ਮਜ਼ਹਬ ਨਾਲ ਨਹੀਂ ਹੈ, ਗੱਲ ਸਮਝ ਲਓ। ਗੱਲ ਇਹ ਹੈ ਕਿ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਜਾਂਦਾ ਹੈ ਅੱਧੇ ਜਾਂ ਪੌਣੇ ਸਫੇ ਦਾ, ਠੀਕ ਹੈ, ਉਹ ਕਿਹਾ ਜਾਂਦਾ ਇਹਦਾ ਖੁਲਾਸਾ ਕਰੋ, ਠੀਕ ਹੈ, ਜਾਂ ਕਿਹਾ ਜਾਂਦਾ ਇਹਦੀ ਤਫਸੀਰ ਕਬੀਰ ਕਰੋ। ਠੀਕ ਹੈ, ਤਫਸੀਰ ਕਬੀਰ ਕਰੋਗੇ ਤੇ ਤੁਸੀਂ ਦੁਨੀਆ ਭਰ ਦੇ ਮਜ਼ਮੂਨ ਉਹਦੇ ਚ ਪਾ ਸਕਦੇ ਹੋ। ਉਹ ਜਿਹੜਾ ਕੁਆਟਰ ਸਫੇ ਦਾ ਤੁਹਾਨੂੰ ਸਵਾਲ ਪਾਇਆ, ਤੁਸੀਂ ਉਹਦੇ ਤੇ 50 ਸਫਿਆਂ ਦਾ ਖੁਲਾਸਾ ਦੇ ਦਿਓ। ਮੈਂ ਫਿਰ ਉਹੀ ਕਰਨ ਲੱਗਾ ਜੀ, ਹੁਣ ਸੁਣੋ, ਸੁਣ ਲਓ, 1 ਮਿੰਟ ਸੁਣ ਲਓ ਗੱਲ। ਅੱਛਾ ਜੀ, ਅੱਛਾ, ਇਹ ਮੁਕਾਬਲਾ ਨਹੀਂ ਹੈ, ਮੈਂ ਤੁਹਾਡੇ ਨਾਲ ਕੋਈ ਲੜ ਨਹੀਂ ਰਿਹਾ, ਕੋਈ ਮੁਕਾਬਲਾ ਨਹੀਂ ਕਰ ਰਿਹਾ, ਨਾ ਮਜ਼ਹਬ ਦੀ ਗੱਲ ਕਰ ਰਿਹਾ, ਨਾ ਅਹਿਮਦੀਅਤ ਹੈ, ਇਹ ਸਿਰਫ ਇੱਕ ਅਕਲ ਦੀ ਗੱਲ ਹੈ। ਠੀਕ ਹੈ, ਇੱਕ ਤੁਹਾਨੂੰ ਪੌਣਾ ਸਫਾ ਦਿੱਤਾ ਹੈ ਕਿ ਇਹਨੂੰ ਤੁਸੀਂ ਪੜ੍ਹ ਕੇ ਤੇ ਇਹਦੀ ਤਫਸੀਰ ਕਬੀਰ ਕਰੋ। ਠੀਕ ਹੈ ਜੀ, ਤੇ ਉਹ ਤਫਸੀਰ ਕਬੀਰ ਭਾਵੇਂ ਤੁਸੀਂ 50 ਸਫਿਆਂ ਦੀ ਲਿਖ ਦਿਓ ਤੇ ਭਾਵੇਂ 500 ਸਫਿਆਂ ਦੀ ਲਿਖ ਦਿਓ,
ਔਰ ਜਿਤਨੀਆਂ ਮਰਜ਼ੀ ਰੈਲੀਵੈਂਟ ਗੱਲਾਂ ਲਿਖਦੇ ਹੋ ਸਾਰੀਆਂ ਹੀ ਠੀਕ ਹੋਣਗੀਆਂ, ਉਹਦੇ ਜਿਤਨੇ ਮਜ਼ਮੂਨ ਭਰਨਾ ਚਾਹੁੰਦੇ ਹੋ ਭਰ ਦਿਓ। ਠੀਕ ਹੈ ਲੇਕਿਨ ਅਗਰ ਤੁਹਾਨੂੰ ਕਿਹਾ ਜਾਏ ਕਿ ਇਸ ਪੌਣੇ ਸਫ਼ੇ ਨੂੰ ਪੜ੍ਹ ਕੇ ਇਹਦਾ ਖੁਲਾਸਾ ਬਿਆਨ ਕਰੋ, ਉਹਦੇ ਵਿੱਚ ਤੁਸੀਂ ਬਾਹਰ ਦਾ ਇੱਕ ਲਫ਼ਜ਼ ਵੀ ਨਹੀਂ ਪਾ ਸਕਦੇ। ਠੀਕ ਹੈ ਜੀ, ਮੈਂ ਉਹ ਬਾਅਦ ਦਾ ਲਫ਼ਜ਼ ਨਹੀਂ ਪਾਉਂਦਾ ਤੇ ਉਹਦੇ ਹੁਣ ਵਿੱਚ ਤੁਸੀਂ ਸ਼ਾਇਦ ਹੋ ਸਿਰਫ ਸਕਦਾ ਮੈਂ ਉਹਦੇ ਆਪਣਾ- ਸਿਰਫ ਤੁਸੀਂ ਉਹਦੇ ਚ ਰਹਿਣਾ ਹੈ, ਔਰ ਉਹਦੇ 'ਚ ਉਹਦਾ ਹੀ ਖੁਲਾਸਾ ਉਹਦੇ ਤੋਂ ਵੀ ਛੋਟਾ ਹੋਣਾ ਬੇਸਿਕਲੀ। ਹਾਂਜੀ ਉਹਦੇ ਤੋਂ ਜਿਹੜਾ ਵੀ ਛੋਟਾ ਪੌਣਾ ਹੋਏਗਾ, ਸਫ਼ਾ ਹੈ ਉਹਦੇ 'ਚ ਵੀ ਉਹਨੇ ਛੋਟਾ। ਅੱਧੇ ਸਫ਼ੇ ਦੇ ਬਰਾਬਰ ਜਾਂ ਉਸ ਤੋਂ ਵੀ ਘੱਟ ਹੋ ਜਾਏ। ਠੀਕ ਹੈ ਜੀ, ਠੀਕ ਹੈ, ਠੀਕ। ਇਹ ਹੈ ਤਰੀਕ। ਹਾਂਜੀ ਅਸੀਂ ਇਹ ਅਗੇਨ ਮੈਂ ਕਹਿ ਰਿਹਾ, ਇਹ ਅਸੀਂ ਮਜ਼ਹਬੀ ਗੁਫ਼ਤਗੂ ਨਹੀਂ ਕਰ ਰਹੇ, ਕੋਈ ਤੁਹਾਨੂੰ ਚੈਲੰਜ ਨਹੀਂ ਕਰ ਰਹੇ, ਸਿਰਫ ਇੱਕ ਅਸੂਲ ਦੀ ਗੱਲ ਠੀਕ ਹੈ ਕਰ ਸੈਣੀ ਰਹੇ ਹਾਂ। ਸਾਹਿਬ, ਹੁਣ ਕਰਨ ਦਿਓ ਨਾ ਗੱਲ, ਕਰਨ ਦਿਓ। ਜਜ਼ਾਕੱਲਾ। ਗੱਲ ਇਹ ਵੇ ਕਿ ਉੱਥੇ ਇੱਕ ਸਵਾਲ ਹੋਇਆ, ਠੀਕ ਹੈ, ਇੱਕ ਬੰਦੇ ਦੇ ਜ਼ਿਹਨ ਦੇ ਵਿੱਚ ਤਨਾਕੁਸ ਆਇਆ, ਉਹਨੂੰ ਇਹ ਲੱਗਾ ਹੈ, ਉਹਨੇ 2 ਇਬਾਰਤਾਂ ਵਿੱਚ ਲਿਖੀਆਂ ਨੇ। ਇੱਕ ਇਬਾਰਤ ਜਿਹੜੀ ਹੈ ਉਹ ਸਾਫ਼ ਸਾਡੇ ਕੋਲ ਮੌਜੂਦ ਹੈ, ਠੀਕ ਹੈ। ਦੂਜੀ ਇਬਾਰਤ ਜਿਹੜੀ ਹੈ ਉਹ ਆਪਣੇ ਸਹੀ ਅਲਫਾਜ਼ਾਂ ਦੇ ਨਾਲ ਉਹ ਸਾਡੇ ਕੋਲ ਮੌਜੂਦ ਨਹੀਂ, ਠੀਕ ਹੈ। ਲੇਕਿਨ ਉਹਦੇ ਵਿੱਚ ਤੁਸੀਂ ਬਾਤ ਉੱਠ ਗਏ, ਕੋਈ ਨਹੀਂ, ਮੈਂ ਸੈਣੀ ਸਾਹਿਬ ਜਾਂ ਫਿਰ ਮੈਨੂੰ ਪੂਰੀ ਗੱਲ ਕਰ ਲੈਂਦਾ। ਮਿਰਜ਼ਾ ਸਾਹਿਬ ਨੇ ਇਹ ਗੱਲ ਕੋਈ ਨਹੀਂ ਲਿਖੀ ਜਿਹੜੀ ਤੁਸੀਂ ਕਹਿ ਰਹੇ ਹੋ। ਮੈਂ ਪੂਰੀ ਗੱਲ ਕਰ, ਜਦੋਂ ਸਮਝਾਉਣ ਤੁਸੀਂ ਲੱਗਾ ਸਵਾਲ ਨਾ- ਤੇ ਬਹਿਸ ਸ਼ੁਰੂ ਕਰ ਦਿੱਤੀ ਹੈ, ਅਸੀਂ ਨਹੀਂ ਜਵਾਬ ਨਹੀਂ ਦੀ ਨਹੀਂ ਗੱਲ ਨਹੀਂ ਦੇਖੋ ਨਾ, ਅਗਰ ਮਿਸਾਲ ਦੇ ਤੌਰ ਤੇ ਹੁਣ ਤੁਸੀਂ ਜਵਾਬ ਦਾ ਪੁੱਛਣਾ ਹੈ ਤੇ ਤੁਹਾਨੂੰ ਤੁਹਾਨੂੰ ਸਵਾਲ ਪਹਿਲੇ ਤੇ ਵੀ ਡਿਸਕਸ ਕਿਹਾ ਹੋਏਗਾ ਵੀ ਨਾ। ਤੁਸੀਂ ਬਾਹਰ ਦੀਆਂ ਗੱਲਾਂ ਨਹੀਂ ਲੈ ਕੇ ਆਉਣੀਆਂ, ਤੁਸੀਂ ਬਾਹਰ ਦੀ ਗੱਲ ਨਹੀਂ ਲੈ ਕੇ ਜੋ ਆਵਾਂਗਾ, ਲਿਖਿਆ ਉਹ ਬਾਹਰ ਦੀ ਗੱਲ ਨਹੀਂ ਲੈ ਕੇ ਆਵਾਂਗਾ, ਉੱਥੇ ਹੀ ਰਵਾਂਗਾ। ਹਾਂਜੀ, ਹਾਂ, ਤੁਸੀਂ ਕੀਤੀਆਂ ਸਵਾਲ- ਬਾਹਰ ਦੀਆਂ ਗੱਲਾਂ ਹੋਣੀ। ਇਹ ਸਵਾਲ ਦਾ ਗੱਲ ਜਵਾਬ ਮਿਰਜ਼ਾ ਸਾਹਿਬ ਨੇ ਆਪਣੇ ਜਵਾਬ ਵਿੱਚ ਨਹੀਂ ਲਿਖੀ, ਕਿਹੜੀ? ਜਿਹੜੀ ਤੁਸੀਂ ਹੁਣ ਬਿਆਨ ਕੀਤੀ ਹੈ ਕਿ ਉਹਨੂੰ ਗਲਤੀ ਲੱਗੀ ਹੈ ਔਰ ਉਹਨੇ ਜਿਹੜਾ ਹੈ ਉਹ ਇੱਕ ਸਵਾਲ ਸਮਝਿਆ, ਇੱਕ ਨਹੀਂ ਸਮਝਿਆ। ਇਹ ਗੱਲਾਂ ਨਹੀਂ ਕੀਤੀਆਂ ਮਿਰਜ਼ਾ ਸਾਹਿਬ ਨੇ। ਹਾਂ ਵਾਹ, ਹੁਸੈਨੀ ਸਾਹਿਬ ਆਪ ਦਿੱਤਾ ਗਿਆ ਹੈ, ਠੀਕ ਹੈ। ਜਾ 2 ਗੱਲਾਂ ਦਾ, Yeah. ਇੱਕ ਗੱਲ ਸਾਡੇ ਕੋਲ ਪੂਰੀ ਮੌਜੂਦ ਹੈ, ਠੀਕ ਹੈ, ਇੱਕ ਗੱਲ ਸਾਡੇ ਕੋਲ ਅੱਧੀ ਮੌਜੂਦ ਹੈ। ਇਹ ਮਿਰਜ਼ਾ ਸਾਹਿਬ ਨੇ ਕਿਹਾ ਵੀ ਇੱਕ ਗੱਲ ਮੌਜੂਦ ਹੈ ਤੇ ਇੱਕ ਨਹੀਂ। ਆਪਣੀ ਉਹ ਗੱਲ ਜ਼ਰੂਰ ਪੂਰੀ ਫਰਮਾਓ। ਅੱਛਾ ਚਲੋ, ਜੇ ਜਵਾਬ ਹੀ ਖਾਲੀ ਲੈਣਾ, ਮੈਂ ਹੁਸੈਨੀ ਸਾਹਿਬ ਮੈਂ ਗੈਰ ਅਹਿਮਦੀ ਹਾਂ ਜਾ ਤੇ ਉਹਨੂੰ ਅਗਰ ਕੋਈ ਕਵੇ ਕਿ ਨਹੀਂ ਤੂੰ ਕਾਦੀਆਨੀ ਹੈ, ਤੂੰ ਮਿਰਜ਼ਾਈ ਹੈ, ਜਾ ਫਿਰ ਉਹ ਆਪਣੇ ਅਕਾਇਦ ਵੀ ਦੱਸ ਰਿਹਾ, ਜਾ ਇਹ ਮੇਰੇ ਅਕਾਇਦ ਨੇ, ਮੈਂ ਮਿਰਜ਼ਾ ਸਾਹਿਬ ਤੇ ਈਮਾਨ ਨਹੀਂ ਲਾਂਦਾ, ਜਾ ਤੇ ਉਹਨੂੰ ਬਾਰ-ਬਾਰ ਮਤਲਬ ਹੈ ਹਰ ਬਰੋਡ ਤੇ ਜਾ ਕੇ ਕਹਿਣਾ ਕਿ ਨਹੀਂ ਤੂੰ ਅਹਿਮਦੀ ਹੈ, ਕਾਦੀਆਨੀ ਹੈ, ਅਸੀਂ ਤਦ ਤੈਨੂੰ ਗੈਰ ਅਹਿਮਦੀ ਮਾਨਾਂਗੇ ਕਿ ਤੂੰ ਮਿਰਜ਼ਾ ਸਾਹਿਬ ਦੇ ਉੱਤੇ ਮਤਲਬ ਲਾਨ ਤਾਰਕਾਰ ਉਹਨਾਂ ਨੂੰ ਗਾਲਮ ਗਲੋਚ ਦੇ। ਹਾਂ, ਕਿਆ ਇਹ ਸ਼ਰਾਫਤ ਹੈ, ਕਿਆ ਇਹ ਇਸਲਾਮ ਹੈ, ਕਿਆ ਇਹ ਸ਼ਰੀਅਤ ਹੈ, ਕਿਆ ਇਹ ਅਖਲਾਕੀਆਤ ਨੇ ਨਹੀਂ ਕੋਈ ਕਿ ਨਹੀਂ। ਕਿਸੇ ਦੇ ਅਕਾਬਰ ਨੂੰ ਬੁਰਾ ਭਲਾ ਕਹਿਣਾ। ਇੱਕ ਹਦੀਸ ਹੈ ਨਬੀ ਪਾਕ ਦੀ ਜਿਤਨੀ ਤੁਸੀਂ ਗੱਲ ਕਹੀ मोमिन लान तान नहीं करता, लाग बातें नहीं करता। ਜਾ मैं हदीस ਦੇ ਉੱਤੇ ਅਮਲ ਕਰਾਂ ਕਿ ਇਹਨਾਂ ਬੰਦਿਆਂ ਦੇ ਗੱਲ ਦੇ ਉੱਤੇ ਅਮਲ ਕਰਾਂ, ਇਹਨਾਂ ਨੂੰ ਮੈਂ ਜਿਹੜਾ ਨਾ ਸਾਬਤ ਕਰਾਂ ਕਿ ਮੈਂ ਗੈਰ ਅਹਿਮਦੀ ਹਾਂ ਤੇ ਉਹਨਾਂ ਦੇ ਅਕਾਬਰ ਨੂੰ ਮੈਂ ਬੁਰਾ ਭਲਾ ਕਹਾਂ। ਤੇ ਤੁਸੀਂ ਇਹ ਦੱਸੋ ਕਿ ਇੱਕ ਬੰਦੇ ਨੂੰ ਅਹਿਮਦੀ ਜਾਂ ਗੈਰ ਅਹਿਮਦੀ ਹੋਣ ਦਾ ਕੀ ਤਰੀਕਾ, ਕੀ ਪਰਖਣੇ ਦਾ ਤਰੀਕਾ ਹੈ? ਉਹ ਬੰਦਾ ਕੀ ਕਵੇ ਕਿ ਤੁਸੀਂ ਮੰਨ ਲੋਗੇ ਕਿ ਅਹਿਮਦੀ ਹੈ ਜਾਂ ਗੈਰ ਅਹਿਮਦੀ ਹੈ? ਮੈਂ ਗੈਰ ਅਹਿਮਦੀ ਹਾਂ ਬਾਰ-ਬਾਰ ਕਹਿ ਚੁੱਕਿਆ, ਲੇਕਿਨ ਕੁਝ ਸਾਡੇ ਬੰਦੇ ਨੇ ਬਰੋਡਾਂ ਦੇ, ਉਹ ਕਹਿੰਦੇ ਨੇ ਨਹੀਂ ਤੂੰ ਤੇ ਕਾਦੀਆਨੀ ਹੈ। ਹਾਂ ਨਹੀਂ, ਤੁਸੀਂ ਉਹਨਾਂ ਨੂੰ ਪਹਿਲ ਮੇਰੀ ਗੱਲ ਸੁਣੋ, ਮੈਂ ਇੱਕ ਆਈਡੀ ਤੇ ਆਂਦਾ ਸੀ ਤੇ ਉਹਦੇ ਤੇ ਮੈਨੂੰ ਕੁਝ ਲੋਕ ਮੇਰੇ ਜਾਣਨ ਵਾਲੇ ਸੁਣਦੇ ਸਨ, ਉਹ ਕਹਿੰਦੇ ਤੂੰ ਤੇ ਕਾਦੀਆਨੀ ਹੈ ਯਾਰ, ਤੂੰ ਤੇ ਕਦੋਂ ਕਾਦੀਆਨੀਅਤ ਅਹਿਮਦੀਅਤ ਕਬੂਲ ਕੀਤੀ ਹੈ? ਮੈਂ ਕਿਹਾ ਨਹੀਂ ਮੈਂ ਅਹਿਮਦੀ ਨਹੀਂ। ਫਿਰ ਉਹ ਮੈਂ ਆਈਡੀ ਛੱਡੀ ਹੈ, ਇਹ ਆਈਡੀ ਬਣਾਈ ਹੈ ਨਹੀਂ। ਬੜਾ ਅੱਛਾ ਕੀਤਾ। ਤੇ ਲੋਕਾਂ ਨੂੰ ਪਤਾ ਚੱਲ ਜਾਣਾ, ਉਹ ਇੱਥੇ ਵੀ ਆ ਕੇ ਮੈਨੂੰ ਸੁਣਦੇ ਨੇ ਤੇ ਕਹਿੰਦੇ ਨੇ ਤੈਨੂੰ ਲੋਕ ਕਾਦੀਆਨੀ ਕਹਿੰਦੇ ਨੇ, ਉਹਨਾਂ ਨੂੰ ਸ਼ੱਕ ਪੈ ਜਾਣਾ, ਉਹ ਕਹਿੰਦੇ ਨੇ ਤੂੰ ਤੇ ਕਾਦੀਆਨੀ ਹੈ। ਜਾ ਜਾ ਤੇ ਤੁਸੀਂ ਦੱਸੋ ਕਿ ਇੱਕ ਬੰਦੇ ਨੂੰ ਪਰਖਣ ਵਾਸਤੇ ਉਹਦੇ ਕਿਹੜੇ ਅਕਾਇਦ ਨੇ ਕਿ ਤੁਸੀਂ ਸੁਣੋਗੇ ਜਾਂ ਤੁਸੀਂ ਕਹੋਗੇ ਨਹੀਂ ਵਾਕਈ ਤੂੰ ਗੈਰ ਅਹਿਮਦੀ ਹੈ? ਉਹ ਕਿਹੜਾ ਅਕੀਦਾ ਹੈ ਕਿ ਜਿਹਦੀ ਨਾਲ ਵਜ੍ਹਾ ਨਾਲ ਮੈਨੂੰ ਅਹਿਮਦੀ ਕਹਿੰਦੇ ਨੇ? ਉਹ ਤਾਂ ਬੜਾ ਸਿੰਪਲ ਹੈ ਜੀ, ਜੋ ਤੁਸੀਂ ਕਹਿੰਦੇ ਹੋ ਠੀਕ ਹੈ। ਉਹ ਨਹੀਂ ਮੰਨਦੇ ਨਾ, ਉਹ ਕਹਿੰਦੇ ਨੇ ਅਗਰ ਤੂੰ ਅਹਿਮਦੀ ਨਹੀਂ ਹੈ ਜਾ ਤਾਂ ਮਿਰਜ਼ਾ ਸਾਹਿਬ ਨੂੰ ਤੂੰ ਮਿਰਜ਼ਾ ਸਾਹਿਬ ਕਿਉਂ ਕਹਿੰਦਾ ਹੈ? ਜਾ ਮੈਂ ਇਹੋ ਹੀ ਅਰਜ਼ ਕੀਤੀ ਹੈ, ਬਸ ਸਿੰਪਲ 2 ਹੀ ਲਫ਼ਜ਼ ਨੇ,
ਜੇ ਤੁਸੀਂ ਕਹਿੰਦੇ ਹੋ ਤੁਸੀਂ ਅਹਿਮਦੀ ਹੋ ਤੇ ਤੁਸੀਂ ਅਹਿਮਦੀ ਹੋ, ਜੇ ਤੁਸੀਂ ਕਹਿੰਦੇ ਹੋ ਤੁਸੀਂ ਅਹਿਮਦੀ ਨਹੀਂ ਹੋ ਤੇ ਤੁਸੀਂ ਅਹਿਮਦੀ ਨਹੀਂ, ਬਸ ਨਹੀਂ ਬਸ ਇਹ ਤਾਂ ਤੁਸੀਂ ਇੱਕ ਮੁਅੱਜ਼ਜ਼ ਦੇ ਜਿਹੜੇ ਡੀਸੈਂਟ ਲੋਕ ਨੇ ਉਹ ਤੇ ਮੰਨ ਜਾਂਦੇ ਨੇ, ਲੇਕਿਨ ਜਿਹੜੇ ਸਾਡੇ ਮਸਲਕਾਂ ਦੇ ਬੰਦੇ ਨੇ ਉਹ ਨਹੀਂ ਮੰਨਦੇ। ਉਹ ਕਹਿੰਦੇ ਨਹੀਂ ਤੂੰ ਮਿਰਜ਼ਾ ਸਾਹਿਬ ਦੇ ਉੱਤੇ ਉਹਨਾਂ ਨੂੰ ਮਨਵਾਉਣ ਉਹਨਾਂ ਦੇ ਉੱਤੇ ਕਿਉਂ ਬੋਲਾ ਭਾਈ, ਮੈਂ ਬਦ ਅਖਲਾਕਾ ਆਪਣਾ ਕਿਉਂ ਪੇਸ਼ ਕਰਾਂ। ਮੇਰਾ ਮਕਸਦ ਇਹ ਹੈ, ਤੁਸੀਂ ਕਿਧਰੇ ਕੰਮ ਵੀ ਕਰਦੇ ਹੋਵੋਗੇ, ਅੱਜ ਕੱਲ੍ਹ ਛੁੱਟੀਆਂ ਤੇ ਹੋ ਤੁਸੀਂ? ਨਹੀਂ, ਅੱਜ ਮੇਰੀ ਛੁੱਟੀ ਹੈ, ਕੱਲ ਵੀ ਛੁੱਟੀ ਸੀ। ਛੁੱਟੀ ਹੈ ਤੇ ਫਿਰ ਤੁਸੀਂ ਕੰਮ ਤੇ ਵੀ ਜਾਣਾ ਹੋਏਗਾ ਨਾ ਜੀ। ਜਦੋਂ ਤੁਸੀਂ ਕੰਮ ਤੇ ਜਾਣਾ ਹੋਵੇ ਤੇ ਇਸ ਗੱਲ ਦੀ ਤਰਫ ਜ਼ਿਆਦਾ ਤਵੱਜੋ ਨਾ ਦਿਓ ਵੀ ਕੋਈ ਮੰਨਦਾ ਹੈ ਜਾਂ ਨਹੀਂ ਮੰਨਦਾ। ਨਹੀਂ ਮੰਨਦਾ ਤੇ ਕਾਹੇ ਕਸਮਾਂ ਨੂੰ, ਤੁਹਾਨੂੰ ਕੀ ਲੋੜ ਹੈ ਮਨਵਾਉਣ ਦੀ? ਉਹਨੂੰ ਕਹੋ ਜੋ ਤੂੰ ਮੰਨਣਾ ਤੂੰ ਮੈਨੂੰ ਬੇਸ਼ੱਕ ਅਹਿਮਦੀ ਮੰਨਦਾ ਰਹੋ, ਠੀਕ। ਨਹੀਂ ਉਹ ਤਾਂ ਠੀਕ ਹੈ, ਲੇਕਿਨ ਪਤਾ ਹੈ ਆਪਣੇ ਮੁਆਸ਼ਰੇ ਵਿੱਚ, ਪਾਕਿਸਤਾਨ ਵਿੱਚ ਬਰਾਦਰੀ ਆਪਣੇ ਜਿਸ ਇਲਾਕੇ 'ਚ ਰਹਿੰਦੇ ਹੋ ਤੁਸੀਂ, ਉੱਥੇ ਫਿਰ ਅਗਰ ਕੋਈ ਬੰਦਾ ਅਹਿਮਦੀ ਹੋ ਵੀ ਜਾਏ ਇੱਕ ਰੀਅਲ ਵਿੱਚ, ਉਹਦਾ ਕੀ ਹਸ਼ਰ ਕਰਦੇ ਨੇ। ਇੱਕ ਇਲਾਕੇ ਸਾਡੇ 'ਚ ਹੋਇਆ ਸੀ ਨਾ, ਪੂਰੇ ਗ੍ਰਾਂ ਦੇ ਬੰਦੇ ਇਕੱਠੇ ਹੋ ਕੇ ਉਹਨਾਂ ਦੇ ਘਰ ਨੂੰ ਅੱਗ ਲਾ ਦਿੱਤੀ ਸੀ ਨੇ, ਉਹਨਾਂ ਨੂੰ ਕਿਹਾ ਸੀ ਨੇ ਕਿ ਵਾਪਸ ਅਹਿਮਦੀਅਤ ਛੋੜ, ਤੇ ਫਿਰ ਉਹਨੂੰ ਕਿਸੇ ਮਸ਼ਵਰਾ ਦਿੱਤਾ ਕਿ ਤੂੰ ਅਹਿਮਦੀਅਤ ਛੋੜ ਦੇ। ਫਿਰ ਉਹਨੇ ਕਿਹਾ ਠੀਕ ਹੈ ਅਹਿਮਦੀਅਤ ਛੋੜ ਸੀ, ਲੇਕਿਨ ਐਂਡ ਆਫ ਦ ਡੇ ਉਹ ਇਲਾਕੇ ਹੀ ਛੋੜ ਕੇ ਚਲਾ ਗਿਆ। ਤੁਸੀਂ ਖਾਰੀਆਂ 'ਚ ਕੰਮ ਕਰਦੇ ਹੋ? ਨਹੀਂ, ਮੈਂ ਤਾਂ ਇੱਥੇ ਯੂਰਪ ਵਿੱਚ ਹੁੰਦਾ ਨਾ। ਉਹ ਤੁਸੀਂ ਯੂਰਪ ਆ ਗਏ ਹੋ ਜੀ, ਫਿਰ ਤੇ ਤੁਹਾਨੂੰ ਕੋਈ ਫਿਕਰ ਵਾਲੀ ਗੱਲ ਨਹੀਂ। ਨਹੀਂ ਫਿਕਰ ਵਾਲੀ ਗੱਲ ਨਹੀਂ, ਲੇਕਿਨ ਅਸੀਂ ਪਾਕਿਸਤਾਨ ਜਾਣਾ ਹੁੰਦਾ, ਇਹ ਬੰਦੇ ਇੱਥੇ ਬਦਨਾਮ ਜਾਂਦੇ ਰਹਿੰਦੇ ਹੋ ਪਾਕਿਸਤਾਨ? ਨਹੀਂ ਹੈ। ਨਹੀਂ, ਪਾਕਿਸਤਾਨ ਜਾ ਕੇ ਗੱਲਾਂ ਨਾ ਕਰਿਆ ਕਰੋ, ਤੇ ਹੋਰ ਵੀ ਤਾਂ ਕੰਮ ਹੁੰਦੇ ਨੇ ਨਾ ਉੱਥੇ ਪਾਕਿਸਤਾਨ। ਨਹੀਂ ਹੁਣ ਦੇਖੋ, ਹੁਣ ਤੁਸੀਂ ਦੀ ਆਈਡੀ ਹੈ ਹੁਸੈਨ ਨਹੀਂ, ਠੀਕ ਹੈ, ਤੁਸੀਂ ਦਾ ਜੋ ਵੀ ਰੀਅਲ ਨੇਮ ਹੈ, ਜਿਹੜੇ ਤਾਸਾਂ ਦੇ ਜਾਣਨ ਵਾਲੇ ਨੇ, ਆਪਣੇ ਇਲਾਕੇ ਦੇ ਰਿਸ਼ਤੇਦਾਰ ਦੇ ਗਰਾਂ ਦੇ ਬੰਦੇ ਨੇ, ਕੋਈ ਨਾ ਕੋਈ ਤੇ ਮਤਲਬ ਤੁਹਾਨੂੰ ਸੁਣ ਲਏਗਾ ਨਾ। ਇਹ ਮੇਰਾ ਹਿਸਾਬ ਹੈ, ਉਹ ਸੁਣ ਲੈਂਦੇ ਨੇ, ਕਹਿੰਦੇ ਨੇ ਕਿ ਉੱਥੇ ਬੰਦੇ ਕਦੇ ਨਹੀਂ ਕਹਿ ਰਹੇ ਸਨ ਤੂੰ ਤਾਂ ਅਹਿਮਦੀ ਹੋ ਗਿਆ ਹੈ। ਤੁਸੀਂ ਨਾ ਬਹੁਤ ਜ਼ਿਆਦਾ ਸੈਂਸਿਟਿਵ ਹੋਏ ਇਸ ਮਾਮਲੇ 'ਚ। ਹਾਂ, ਅਸਲ 'ਚ ਯਕੀਨ ਮੰਨੋ ਕਿ ਸਭ ਤੋਂ ਜ਼ਿਆਦਾ ਜਿਹੜਾ ਨਾ ਤੁਹਾਨੂੰ ਆਪਣੇ ਤੋਂ ਦੂਰ ਆਮਰ ਨਜ਼ੀਰ ਸਾਹਿਬ ਕਰਦੇ ਨੇ, ਤੇ ਯਕੀਨ ਮੰਨੋ ਕਿ ਇੱਕ ਬਰਾਡ ਹਰ ਰੋਜ਼ ਲੱਗਦੀ ਹੈ, ਠੀਕ ਹੈ। ਉਹਦੇ ਵਿਊਜ਼, ਉਹਦੇ ਸੁਣਨ ਵਾਲੇ, ਉਹਦੇ ਫੈਨਸ, ਉਹਦੇ ਕਹਿ ਲਓ ਕਿ ਬਰਾਡ ਦੇ ਘੰਟੇ, ਉਹਦੀਆਂ ਕਹਿ ਲਓ ਕਿ ਖਤਮੇ ਨਬੂਵਤ ਤੇ ਕੰਮ ਆਮਰ ਨਜ਼ੀਰ ਨਾਲੋਂ ਜ਼ਿਆਦਾ ਹੈ, ਠੀਕ ਹੈ। ਉਹ ਆਮਰ ਨਜ਼ੀਰ ਦੀ ਤਸਵੀਰ ਲਾ ਕੇ, ਠੀਕ ਹੈ, ਨਾਲ ਸਿਆਲਵੀ ਸਾਹਿਬ ਦੀ ਤਸਵੀਰ ਲਾ ਕੇ, ਉਹਨੇ ਥੱਲੇ ਜਿਹੜੇ ਗੱਲਾਂ ਲਿਖੀਆਂ ਹੁੰਦੀਆਂ ਨੇ ਨਾ, ਠੀਕ ਹੈ, ਉਹ ਯਕੀਨ ਮੰਨੋ ਕਿ ਉਹ ਜਿਹੜੇ ਤੁਹਾਨੂੰ ਅਲਫਾਜ਼ ਬੋਲੇ ਜਾਂਦੇ ਨੇ ਨਾ, ਉਹਦੇ ਨਾਲੋਂ ਵੀ ਬਦਤਰੀਨ ਅਲਫਾਜ਼ ਨੇ, ਉਹਦੇ ਨਾਲੋਂ ਵੀ ਬਦਤਰੀਨ ਅਲਫਾਜ਼ ਨੇ। ਤੁਸੀਂ ਅਗਰ ਤੁਹਾਨੂੰ ਕੋਈ ਕਹਿੰਦਾ ਤੇ ਇਹ ਨਾ ਕਹੋ ਕਿ ਉਹਨਾਂ ਨੂੰ ਕੋਈ ਨਹੀਂ ਕਹਿੰਦਾ, ਉਹਨਾਂ ਨੂੰ ਵੀ ਉਹ ਸਾਰੇ ਇਹੀ ਕਹਿੰਦੇ ਨੇ, ਇੱਕ ਦੂਜੇ ਬਾਰੇ ਇਹੀ ਰੱਖਦੇ ਨੇ ਕਿ ਆਮਰ ਨਜ਼ੀਰ ਜਿਹੜਾ ਇਹ ਵਿੱਚੋਂ ਕਾਦੀਆਨੀ ਹੈ, ਉਤੋਂ ਕਹਿ ਲਓ ਕਿ ਕਾਦੀਆਨੀਅਤ ਦੇ ਨਾਲ ਮੁਖਾਲਫਤ ਕਰਦਾ, ਵਿੱਚੋਂ ਇਹ ਉਹਨਾਂ ਦਾ ਸਹੂਲਤਕਾਰ ਹੈ, ਵਿੱਚੋਂ ਇਹ ਉਹਨਾਂ ਦਾ ਕਹਿ ਲਓ ਕਿ ਉਹ ਪੈਸੇ ਦਿੰਦੇ ਨੇ ਕਿ ਤੂੰ ਇਹ ਕੰਮ ਕਰਿਆ ਕਰ, ਠੀਕ। ਇਹੀ ਕੰਮ ਸਿਆਲਵੀ ਸਾਹਿਬ ਵਾਸਤੇ ਵੀ, ਉਹ ਜਿਹੜੇ ਬੰਦੇ ਨੇ ਨਾ ਆਮਰ ਨਜ਼ੀਰ ਸਾਹਿਬ ਦੇ ਬਾਰੇ ਚ ਕਹਿੰਦੇ ਨੇ, ਉਹ ਬੰਦੇ ਨੇ ਮਤਲਬ ਥੋੜੇ ਲੈਵਲ ਦੇ ਬੰਦੇ ਨੇ, ਪੜ੍ਹੇ ਲਿਖੇ ਨੇ, ਉਹਨਾਂ ਤਸਵੀਰ ਵੀ ਲਾਈ ਹੈ ਉਹ। ਨਹੀਂ, ਮੈਂ ਯਕੀਨ ਮੰਨੋ ਕਿ ਉਹਨਾਂ ਦੇ ਅੱਗੇ ਆਮਰ ਨਜ਼ੀਰ ਸਾਹਿਬ ਨੂੰ ਬਿਠਾ ਦਿਆਂ ਨਾ, ਆਮਰ ਨਜ਼ੀਰ ਸਾਹਿਬ ਦੇ ਕਾਇਦ ਦੇ ਕੇ, ਤੇ ਆਮਰ ਨਜ਼ੀਰ ਸਾਹਿਬ ਨੂੰ 10 ਮਿੰਟਾਂ 'ਚ ਢੇਰ ਕਰ ਦੇਣ। ਉਹ ਐਸੇ ਬੰਦੇ ਨੇ, ਉਹਨਾਂ ਦਾ ਨਾਂ ਹੈ ਆਕਾਸ਼ ਮਲਿਕ ਐਂਡ ਟੀਮ। ਉਹਨਾਂ ਦੀ ਹਰ ਰੋਜ਼ ਬਰਾਡ ਜੀ, ਉਹ ਬੜਾ ਗਾਲੀ ਬਾਤ, 200 ਉਹਦੇ ਬਰੋਡ ਚ ਇੱਕ ਦਫਾ ਵੀ ਨਹੀਂ ਗਿਆ, ਉਹਦੀਆਂ ਗਾਲੀਆਂ ਸੁਣ ਕੇ, ਮਤਲਬ ਕਿ ਉਹ ਹਰ ਰੋਜ਼ ਤਸਵੀਰ ਲਾ ਕੇ ਬੈਠਾ ਹੁੰਦਾ ਨਾ। ਇਹੀ ਕੰਮ ਜਿਹੜਾ ਅਮਨ ਨਜ਼ੀਰ ਸਭ ਤੁਹਾਨੂੰ ਕਹਿੰਦੇ ਨੇ ਨਾ, ਹੋਰ ਹੈਗਾ ਉਹ ਜਿਹੜਾ ਅੱਖ ਕੀ ਬਾਤ ਕਰਤੇ ਹੈ ਕਿ ਉਹ ਵੀ ਗਾਲੀ ਬਾਤ ਦੀ। ਹਾਂ, ਉਹਨੇ ਵੀ ਬਲਕਿ ਉਹਨੇ ਵੀ ਲਾਇਆ ਹੁੰਦਾ, ਲੇਕਿਨ ਉਹਦੇ ਚਲੋ ਇੰਨੇ ਫੈਨ ਨਹੀਂ ਨਾ, ਉਹ ਪੜ੍ਹਿਆ ਲਿਖਿਆ ਨਹੀਂ, ਉਹਨੂੰ ਕਹਿ ਲਓ ਕਿ ਕੁਰਾਨ ਹਦੀਸ ਦਾ ਇਲਮ ਨਹੀਂ, ਠੀਕ ਹੈ। ਉਹਦੇ 15-20-30 ਲੋਕ ਬਹਿੰਦੇ ਨੇ, ਲੇਕਿਨ ਮੈਂ ਦੱਸਣ ਰਿਹਾ ਕਿ ਜਿਹੜੀ ਫੈਨ ਫਾਲੋਇੰਗ ਅਮਨ ਨਜ਼ੀਰ ਸਾਹਿਬ ਨਾਲ ਵੀ ਜਿਹਦੀ ਜ਼ਿਆਦਾ ਹੈ, ਠੀਕ ਹੈ, ਤੇ ਵਿਊਅਰਸ਼ਿਪ ਵੀ ਉਹਦੀ ਜ਼ਿਆਦਾ ਹੈ। ਕਾਸ਼ ਦੀ ਦੱਸ ਰਹੇ ਉਹ ਵੀ ਕੋਈ ਪੜ੍ਹਿਆ ਦਾ ਨਹੀਂ, ਉਹ ਨਸ ਵੀ ਹੈ, ਉਹ ਦੇਖੋ ਅਹਿਲੇ ਬੈਤ ਦੀ ਕਿਤਨੀਆਂ ਗੱਲਾਂ ਦਿੰਦਾ ਹੈ ਉਹ, ਪਰ ਭਾਵੇਂ ਦਿੰਦਾ ਜਾਂ ਜੋ ਵੀ ਕਰਦਾ, ਲੇਕਿਨ ਮੈਂ ਗੱਲ ਜਿਹੜੀ ਮੁਖਤਸਰ ਕਰਨ ਡਿਆ ਕਿ ਜੇ ਤੁਹਾਨੂੰ ਕੋਈ ਕਾਦੀਆਨੀ ਆਂਦਾ ਹੈ ਤੇ ਜਿਹੜਾ ਤੁਹਾਨੂੰ ਕਾਦੀਆਨੀ ਕਹਿ ਰਿਹਾ ਉਹਨੂੰ ਕਿਹੜਾ ਸਾਰੇ ਲੋਕ ਮੁਸਲਮਾਨ ਸਮਝ ਰਹੇ ਨੇ? ਮੇਰਾ ਇਹ ਸਵਾਲ ਹੈ ਕਿ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ? ਉਹ ਜਦੋਂ ਨਹੀਂ ਟੈਨਸ਼ਨ ਲੈਂਦੇ ਤੇ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ? ਹਾਂ, ਇੱਕ ਵਜ੍ਹਾ ਹੈ ਤੁਹਾਡੀ। ਇੱਕ ਬੰਦਾ ਆਪਣਾ ਮਤਲਬ ਹੈ ਇੱਕ ਦੱਸ ਰਿਹਾ, ਕਸਮ ਖਾ ਰਿਹਾ ਕਿ ਮੈਂ ਨਹੀਂ ਆ, ਮੇਰਾ ਮਿਰਜ਼ਾ ਸਾਹਿਬ ਨਾਲ ਜਾਂ ਜਮਾਤ ਅਹਿਮਦੀਆ ਨਾਲ ਕੋਈ ਦੂਰ ਦੇ ਤਲਕ ਨਹੀਂ ਹੈ, ਤੇ ਫਿਰ ਜ਼ਬਰਦਸਤੀ ਉਹਨੂੰ ਬਣਾਉਣਾ ਤੇ ਫਿਰ ਮੈਂ ਤਾਂ ਇਹਦਾ ਮਸ਼ਵਰਾ ਇਹ ਦਿਆਂਗਾ, ਵੇਖੋ ਜੇ ਤੁਸੀਂ ਇੰਨੇ ਤੰਗ ਪੈ ਗਏ ਹੋ ਤੇ ਤੁਸੀਂ ਤਬਲੀਗ ਸੁਣਿਆ ਕਰੋ ਜਮਾਤ ਅਹਿਮਦੀਅਤ ਦੀ, ਤੇ ਕਿਸੇ ਦਿਨ ਭਾਜੀ ਆਪਣਾ ਪੜ੍ਹ ਲਓ ਕਲਮਾ ਸਹੀ ਵਾਲਾ,
ਕਿਹੜੇ ਵਾਲਾ ਜਿਹਦੇ 'ਚ 1,24,000 ਪੈਗੰਬਰ ਨੇ। ਇਮਤਿਆਜ਼ ਸਾਹਿਬ ਉਹ ਤੇ ਪੜ੍ਹੇ ਆ ਨਾ 1,24,000 ਤੇ ਜਾ ਕੇ ਤੇ ਕਿਹੜੀ ਤਬਲੀਗ, ਇਹ ਵੀ ਤੇ ਨਾਲ ਰਿਕਮੈਂਡ ਕਰੋ ਨਾ, ਕਿਹੜੀ ਬਰਾੜ ਰਿਕਮੈਂਡ ਕਰਦੇ ਹੋ? ਅਨਸਰ ਰਜ਼ਾ ਸਾਹਿਬ ਦੀ ਕਰੋਗੇ ਜਾਂ ਜਿਹੜੇ ਬਾਕੀ ਦੂਸਰੇ ਨੇ ਉਹਨਾਂ ਦੀ ਕਰੋਗੇ? ਲਾ ਇਲਾਹਾ ਇল্লাল্লাহ ਮਿਰਜ਼ਾ ਗੁਲਾਮ ਅਹਿਮਦ ਰਸੂਲullah। ਕਿਹੜਾ ਫਿਰਕਾ ਉਹਨਾਂ ਨੇ ਰਾਜ ਕੀਤਾ? ਲਾਹੌਰੀ ਅਹਿਮਦੀ ਬਣਾਇਆ ਜਾਂ ਕਾਦੀਆਨੀ ਅਹਿਮਦੀ ਬਣਾਇਆ? ਨਹੀਂ, ਮੈਨੂੰ ਇਹਨਾਂ ਨੇ ਜਿਹੜਾ ਨਾ ਕਾਦੀਆਨੀ ਬਣਾਇਆ। ਕਾਦੀਆਨੀ ਬਣਾਇਆ। ਤੇ ਜੇ ਕੁਝ ਬੰਦੇ ਹੈ ਨੇ ਉਹ ਕਹਿੰਦੇ ਨੇ ਲਾਹੌਰੀ ਫਿਰਕੇ ਨਾਲੇ, ਕਿਉਂਕਿ ਮੈਂ ਕਹਿ ਰਿਹਾ ਕਿ ਮੈਂ ਕਸਮ ਖਾ ਕੇ ਕਿਹੜਾ ਮੈਂ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦਾ, ਠੀਕ ਹੈ, ਮੈਂ ਉਹਨਾਂ ਤੇ ਮਾਨ ਨਹੀਂ ਲਾਂਦਾ। ਫਿਰ ਕਹਿੰਦੇ ਨੇ ਨਹੀਂ ਇਹ ਲਾਹੌਰੀ ਗਰੁੱਪ ਨਾਲ ਤਾਲੁਕ ਰੱਖਦਾ ਹੈ, ਤੁਹਾਡਾ ਇਹ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦਾ, ਲਿਆਦਾ ਇਹ ਲਾਹੌਰੀ ਹੈ। ਜੰਬਾ ਸਾਹਿਬ ਹਾਲਾਂਕਿ ਦੇ ਕੋਈ ਇਲਜ਼ਾਮ ਲਗਾਵੇ ਕਿਸੇ ਕਿਸਮ ਦਾ ਵੀ ਮਾਨ ਨਹੀਂ ਲਾਂਦਾ। ਮੈਂ ਮਿਰਜ਼ਾ ਸਾਹਿਬ ਨੂੰ ਨਾ ਨਬੀ ਮੰਨਦਾ, ਨਾ ਰਸੂਲ, ਨਾ ਉਹਨਾਂ ਨੂੰ ਮੁਜੱਦਦ ਮੰਨਦਾ, ਨਾ ਉਹਨਾਂ ਨੂੰ ਇਮਾਮ ਮਹਿਦੀ ਮੰਨਦਾ। ਜਿਤਨੇ ਵੀ ਉਹਨਾਂ ਨੇ ਦਾਅਵੇ ਇਜਾਦ ਕੀਤੇ ਨੇ ਨਾ ਮਿਰਜ਼ਾ ਸਾਹਿਬ ਨੇ, ਮੈਂ ਇੱਕ ਤੇ ਵੀ ਉਹਨਾਂ ਤੇ ਇਮਾਨ ਨਹੀਂ ਲਾਉਂਦਾ। ਤੁਸੀਂ ਮੰਨਦੇ ਹੋ ਕਿ ਮਿਰਜ਼ਾ ਸਾਹਿਬ ਦਾ ਜਿਹੜਾ ਦਾਵਾ ਸੀ ਲੇਕਿਨ ਸਿਲਸਿਲਾ ਉਹਨਾਂ ਦਾ ਸੱਚਾ ਸੀ ਕਿ ਝੂਠਾ ਸੀ? ਤੁਹਾਡਾ ਕੀ ਖਿਆਲ ਹੈ? ਟਰੂ ਮੁਸਲਿਮ ਸਾਹਿਬ, ਤੁਹਾਡੇ ਖਿਆਲ 'ਚ ਮਿਰਜ਼ਾ ਸਾਹਿਬ ਦਾ ਦਾਵਾ ਸੱਚਾ ਸੀ ਕਿ ਝੂਠਾ ਸੀ? ਦੇਖੋ, ਅਗਰ ਮੈਂ ਮਿਰਜ਼ਾ ਸਾਹਿਬ ਦਾ ਇੱਕ ਵੀ ਦਾਵਾ ਸੱਚਾ ਉਹਨਾਂ ਦਾ ਮੰਨਦਾ ਹੁੰਦਾ ਤਾਂ ਮੈਂ ਉਹਨਾਂ ਦਾ ਪੈਰੋਕਾਰ ਹੁੰਦਾ, ਉਹਨਾਂ ਨੂੰ ਆਪਣਾ ਕੰਮ। ਯਾਨੀ ਤੁਸੀਂ ਸਮਝੋ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ ਕਿ ਖੁਦਾ ਤੋਂ ਵਹੀ ਹੋਈ ਮੈਨੂੰ? ਨਾਉਜ਼ ਬਿਲਾ ਤਾਰਕ ਸਾਹਿਬ ਨਾਲ ਨਾਉਜ਼ ਬਿਲਾ ਦਾ ਲਫ਼ਜ਼ ਲੈ ਲਿਆ ਕਰੋ। ਹਾਂ ਨਹੀਂ ਠੀਕ ਹੈ, ਅਗਰ ਤੇ ਤੁਸੀਂ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੇ ਝੂਠ ਬੋਲਿਆ ਤੇ ਮਿਰਜ਼ਾ ਸਾਹਿਬ ਦੇ ਮੁਤਾਬਿਕ ਤੁਸੀਂ ਵੱਡੇ ਕਾਫਰ ਹੋ। ਨਾਉਜ਼ ਬਿਲਾ। ਅਸੀਂ ਵੀ ਉਹਨਾਂ ਨੇ ਤੁਹਾਨੂੰ ਵੱਡੇ ਮੇਰੀ ਗੱਲ ਕਾਫਰ ਹੀ ਸੁਣ ਲਓ ਨਾ, ਸਮਝਾਂਗੇ। ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਨਹੀਂ, ਮਿਰਜ਼ਾ ਸਾਹਿਬ ਨੇ ਇਸ ਤਰ੍ਹਾਂ ਦਾ ਕੋਈ ਨਹੀਂ ਕਿਹਾ ਕਿ ਜਿਹੜਾ ਮੈਨੂੰ ਝੂਠਾ ਕਹੇਗਾ। ਜੀ ਜੀ ਮਿਰਜ਼ਾ, ਇਹੀ ਅਸੀਂ ਸਵਾਲ ਦਾ ਜਵਾਬ ਇਹੀ ਦੇ ਰਹੇ ਹਾਂ ਕਿ ਮਿਰਜ਼ਾ ਸਾਹਿਬ ਨੇ ਕਿਹਾ ਜਿਹੜਾ ਮੈਨੂੰ ਨਹੀਂ ਮੰਨਦਾ ਜਾਂ ਮੈਨੂੰ ਕਾਫਰ ਕਹਿੰਦਾ ਉਹ ਵੱਡਾ ਮਿਰਜ਼ਾ ਸਾਹਿਬ ਨੇ ਉਸ ਜਵਾਬ ਦੇ ਵਿੱਚ ਕਿਤੇ ਵੀ ਸੁਣ ਲਓ ਤਰੂ ਮੁਸਾ ਸਾਹਿਬ, ਇਹ ਤੁਹਾਨੂੰ ਗਲਤ ਅੰਡਰਸਟੈਂਡਿੰਗ ਦੱਸ ਰਹੇ ਚੌਹਾਨ ਸਾਹਿਬ ਕਹਿ ਰਹੇ ਨੇ ਕਿ ਮਿਰਜ਼ਾ ਸਾਹਿਬ ਨੇ ਕਿਹਾ ਕਿ ਜਿਹੜਾ ਮੈਨੂੰ ਕਾਫਰ ਕਹਿੰਦਾ ਉਹ ਵੱਡਾ ਕਾਫਰ। ਮੈਂ ਤਾਂ ਉਹਨਾਂ ਨੂੰ ਕਾਫਰ ਕਿਹਾ ਹੀ ਨਹੀਂ। ਨਹੀਂ, ਜਿਹੜਾ ਉਹਨੂੰ ਕਾਫਰ ਕਹਿੰਦਾ ਜਿਹੜਾ ਉਹਨੂੰ ਨਹੀਂ ਮੰਨਦਾ, ਦੋਨੋਂ ਇੱਕੋ ਜਿਹੇ ਵੱਡੇ ਕਾਫਰ ਨੇ। ਹੁਣ ਤੁਸੀਂ ਕਾਫਰ ਦਾ ਲਫ਼ਜ਼ ਬੋਲਿਆ ਨਾ ਕਿ ਮਿਰਜ਼ਾ ਸਾਹਿਬ ਕਿਹਾ, ਤੇ ਮੈਂ ਹੀ ਕਹਿ ਰਿਹਾ ਨਾ, ਜਿਹੜਾ ਮੈਨੂੰ ਉਹਨਾਂ ਨੂੰ ਕਾਫਰ ਕਹਿੰਦਾ ਜਾਂ ਉਹਨਾਂ ਨੂੰ ਨਹੀਂ ਮੰਨਦਾ, ਤੁਸੀਂ ਤੇ ਕਿਹਾ ਨਾ ਉਹ ਝੂਠਾ ਹੈ ਉਹਨਾਂ ਦਾ ਦਾਵਾ। ਮੈਂ ਕਿਹਾ ਮੈਂ ਉਹਨਾਂ ਦੇ ਦਾਅਵੇ ਨੂੰ ਨਹੀਂ ਮੰਨਦਾ ਕਿਸੇ ਹਾਂ, ਨੂੰ। ਤੇ ਤੁਸੀਂ ਉਹਨੂੰ ਝੂਠਾ ਕਹਿੰਦੇ ਉਹਨਾਂ ਦੇ ਦਾਅਵੇ ਨੂੰ, ਤੇ ਇਹਦੇ ਮਤਲਬ ਤੁਸੀਂ ਵੱਡੇ ਕਾਫਰ ਹੋ ਤੁਸੀਂ ਵੀ। ਤਾਂ ਠੀਕ ਹੈ ਨਾ, ਉਹਦੇ ਨਾਲ ਉਹਦਾ ਲੈਣ ਦੇਣ ਨਹੀਂ ਨਾ। ਉਹ ਵੇਖੋ ਉਹਦਾ ਜਿਹੜਾ ਮਕਸਦ ਹੈ ਤਾਰਕ ਚੌਹਾਨ ਸਾਹਿਬ ਗੱਲ ਕਰਨ ਦਾ, ਉਹ ਇਹ ਮਕਸਦ ਹੈ ਕਿ ਮੈਨੂੰ ਲੋਕ ਕਾਦੀਆਨੀ ਕਹਿੰਦੇ ਨੇ ਤੇ ਮੇਰੇ ਪਿੰਡ ਦੇ ਲੋਕ ਮੈਨੂੰ ਸੁਣਦੇ ਨੇ, ਉਹ ਆਉਂਦੇ ਨੇ ਕਿ ਤੂੰ ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ? ਲੋਕੀ ਕਹਿੰਦੇ ਨੇ ਤੇ ਅਸੀਂ ਕੀ ਕਰੀਏ? ਨਹੀਂ, ਸਾਡੇ ਕੋਲ ਹੈ ਜਿਹੜੀ ਹੈ ਸਰਦਾਰੇ ਆਲਾ ਦੀ ਲਾਈਵ ਹੈ, करी जा रहे हो, ਅਸੀਂ ਤਾਂ ਕੁਝ ਨਹੀਂ ਕਰ उनको भी समझ नहीं आई वो ਹਾਂ ਨਹੀਂ ਉਹ ਮੈਂ ਮੇਰੀ ਗੱਲ ਸੁਣ ਲਓ। ਮੁਹੰਮਦ ਅਹਿਮਦ ਭਾਈ ਅਸਲ 'ਚ ਟਰੂ ਮੁਸਲਿਮ ਸਾਹਿਬ ਜਿਹੜੇ ਨੇ ਉਹ ਸਰਦਾਰੇ ਆਲਾ ਦੀ ਬਰਾੜ ਤੇ ਆਏ ਨੇ, ਠੀਕ ਹੈ। ਸਰਦਾਰੇ ਆਲਾ ਦੀ ਅੱਗੇ ਉਹਨਾਂ ਨੇ ਇੱਕ ਕੇਸ ਰੱਖਿਆ ਹੈ। ਉਹਨਾਂ ਨੇ ਆਖਿਆ ਕਿ ਹੁਸੈਨ ਸਾਹਿਬ ਮੇਰੇ ਨਾਲ ਇਹ ਮੈਨੂੰ ਖਤਰਾ ਕਹਿ ਲਓ ਕਿ ਆ ਰਿਹਾ ਹੈ ਪਿੰਡ ਦੇ ਲੋਕਾਂ ਵੱਲੋਂ। ਪਿੰਡ ਦੇ ਲੋਕੀ ਵੀ ਹੁਣ ਸਵਾਲ ਕਰਨ ਲੱਗ ਪਏ ਨੇ ਤੇ ਮੇਰੇ ਪਿੰਡ ਜਿਹੜਾ ਉਹ ਪਹਿਲੋਂ ਇੱਕ ਬੰਦੇ ਨੇ ਇਸ ਤਰ੍ਹਾਂ ਅਹਿਮਦੀਅਤ ਕਬੂਲ ਕੀਤੀ ਸੀ ਤੇ ਉਹਦਾ ਘਰ ਘੂਰ ਸਾੜ ਛੜਾ ਸੀ, ਹਾਲਤ यार वो मैंने सारी बात सुनी है और अंकल ने बड़ा अच्छा जवाब दे भी दिया है कि आप परेशान ना हो, कुछ नहीं होता और आप बस उनको कहो कि मैं नहीं हूँ। आगे तो बेवकूफ डंगर है, बेवकूफ डंगरों को क्या करोगे आप? डंगर का कुछ हो सकता है? ਪਰ ਹੁਸੈਨੀ ਸਾਹਿਬ ਹੋ ਸਕਦਾ ਹੈ ਕਿ ਮੁਹੰਮਦ ਅਹਿਮਦ ਭਾਈ ਸਾਡੇ ਤੋਂ ਤੁਹਾਡੇ ਤੋਂ ਅੱਛੇ ਤਰੀਕੇ ਨਾਲ ਉਹਨਾਂ ਲੋਕਾਂ ਨੂੰ ਸਮਝਾ ਦੇਣਾ ਕਿ ਸਰ ਜੋ ਬੰਦਾ ਜੋ ਕਹਿੰਦਾ ਹੈ ਉਹਦੀ ਮੰਨ ਲੈਣੀ ਚਾਹੀਦੀ ਹੈ ਕਿ ਉਹ ਉਹੀ ਮੰਨਦਾ ਹੈ। ਹੋ ਸਕਦਾ ਹੁਸੈਨੀ ਸਾਹਿਬ ਆਪਣੇ ਲਫ਼ਜ਼ਾਂ 'ਚ ਕੁਝ ਅੱਛੀ ਤਰ੍ਹਾਂ ਸਮਝਾ ਦੇਣ, ਉਹ ਇਸ ਵਜ੍ਹਾ ਤੋਂ ये क्या ਹੋਇਆ। बात की तुमने? ਹੁਸੈਨੀ ਸਾਹਿਬ ਸਮਝਾਉਂਦੇ ना हुसैनी साहब पढ़े लिखे हैं। यार असल जो सरदार आला ने मोहम्मद अहमद भाई उनका मसला ये है कि लोग उनको ये कहते हैं, तो हुसैनी साहब उन लोगों का क्या करेंगे? कुछ भी नहीं कर सकते। उनको अपनी बरात के इधर अपनी बरात के सवाल ये भी है कि जो टिकटॉक के ऊपर ब्रॉड्स के ऊपर जाऊँ तो ये लोग क्यों क्या जबरदस्ती का देने क्यों बनाते हैं किसी को? मेरा सवाल ये है। ठीक है, वो तो हम आपको कह रहे हैं कि वो गलत करते हैं, लेकिन हम उनका बिगाड़ क्या सकते हैं? असल बात ये है वो करते हैं, गलत करते हैं तो वो तो करते जाएंगे, तो हम तो उनका कुछ नहीं कर सकते। नहीं, लेकिन आपकी फरियाद का हम क्या करें? कि इम्तियाज साहब ने सारी हुसैनी साहब की बातें समझ ली हैं जो हुसैनी साहब ने इनको समझाई हैं आज तक, वो सारी मान ली है इन्होंने हकीकतुल वही 3 दफा पढ़ी है, पहले इनसे ये पूछ। और ट्रू मुस्लिम साहब ने जो अपनी आईडी पे लगाया भाई, ये नारा तो अहमदियों का नहीं है, ट्रू मुस्लिम हकीकी मुसलमान नहीं, ये तो मोहम्मद अली मिर्जा का अहमदी लगते हैं वैसे। हाँ, नहीं मेरा मतलब नारा तो अहमदियों का ही है ना, वही अपने आप को कहते हैं। मोहम्मद अली मिर्जा का भी यही है। जमात अहमदिया से दूर दूर हर कोई अपने आप को ट्रू मुस्लिम ही कहता है भाई। आर अहमद भैया आप वो कभी भी कह रहे हैं कि मैं अपने आप को ट्रू मुस्लिम नहीं कहता, मैं अपने आप को मुसलमान कहता हूँ, जो मेरा नाम रखा गया अल्लाह और उसके रसूल की तरफ। नहीं, मैं सच्चा हूँ ना, मैं दवाई देता हूँ, हक सच के साथ खड़ा हूँ।
लेकिन कुछ लोग जो होते हैं वो गवाही को छुपा लेते हैं। तो मैं कहता हूँ ये जो जमात अहमदिया है, इनके साथ हमें इख्तलाफ तो है, ठीक है, क़यामत हम रखेंगे, इख्तलाफ है, लेकिन इनकी हकूक़ का सब ना करो। कुछ लोग होते हैं इनको गालियाँ देते हैं, कहते हैं इनको निकाल देना चाहिए पाकिस्तान को, इनकी नस्ल कुशी कर देनी चाहिए, इनकी दुकानें लूट लो, ये काफर है, ये है, वो है। नहीं, उनको सिर्फ ये कहे कि अपनी इबादत गाह को मैं मस्जिद इस ना चीज़ के खिलाफ हूँ ना, मैं इस चीज़ के खिलाफ बोलता हूँ। उनके ह्यूमन राइट के, इंसानी हकूक़ के, वो इंसान है, बेशक हमारे जो अकायद हैं उनसे नहीं, इंसान तो उनको सारे समझते हैं, सिर्फ ये कहा जाता है कि अपनी इबादत गाह को मस्जिद हर मसलक बाकी 3 मसलकों कहता है ये काफर है, उनके पीछे नमाज ही नहीं पढ़ते। या अल्लाह जंबा साहब ने पाकिस्तान का या खुदा जंबा साहब अपनी इबादत गाह को मस्जिद ना कहें, ये कहा जाता है। सलाम ना करें किसी को, क्योंकि ये इस्लामी शार है। लाहौर में वो क्या वाकया हुआ, कुर्बानी करने की कोशिश ना करें, क्योंकि ये इस्लामी शार है। ईद के चौथे दिन कर लें कुर्बानी। ओए जंबा साहब ने भी कोई नहीं मनते, हमें जंबा साहब तो मुंह ही अगे कीता है इन्होंने। ए मिर्जाई जंबा साहब ਦੀ ਤਬਲੀਗ ਬੜੀ ਜਲਦੀ ਸ਼ੁਰੂ ਕਰ ਦਿੰਦੇ ਨੇ, ਹਾਲਾਂਕਿ ਮੈਂ ਨਾਮ ਹੀ ਲੈਂਦਾ ਉਹਨਾਂ ਦਾ। ਉਹ ਨਹੀਂ, ਉਹ ਮੈਂ ਗੱਲ ਕੀਤੀ ਸੀ ਤਾਂ ਉਹਨਾਂ ਨੇ ਮੈਨੂੰ ਆਖਿਆ, ਮੈਂ ਇਹ ਗੱਲ ਤੁਸੀਂ ਕਰਨ ਦੇ ਸੋ ਕਿ ਪਾਕਿਸਤਾਨ ਜੋ ਕਹਿੰਦੇ ਨੇ ਉਹ ਇਹ ਕਹਿੰਦੇ ਨੇ, ਤੇ ਮੈਂ ਮੇਰੇ ਦਿਲ 'ਚ ਦੁਆ ਨਿਕਲਣ ਦੀ ਹੀ ਕਿ ਅੱਲਾ ਕਰੇ ਕਿ ਤੁਸੀਂ ਵੀ ਸਾਰੇ ਪਾਕਿਸਤਾਨ ਬਵੋ, ਤੁਹਾਨੂੰ ਵੀ ਇਹਨਾਂ ਇਹ ਜਿਹੜੇ ਦੁੱਖ ਸਾਨੂੰ ਉਠਾਣੇ ਪੈ ਰਹੇ ਨੇ ਉਹ ਤੁਹਾਨੂੰ ਵੀ ਉਠਾਣੇ ਪੈਣ। ਨਹੀਂ ਤੇ ਅਸੀਂ ਪਾਕਿਸਤਾਨ ਨੂੰ ਹੀ ਆਏ, ਅਸੀਂ ਕੋਈ ਇੱਥੇ ਤੇ ਨਹੀਂ ਪੈਦਾ ਹੋਏ। ਨਹੀਂ ਤੁਸੀਂ ਉਦੋਂ ਤੁਸੀਂ ਸਾਡੇ ਘਰ ਤੇ ਹਮਲਾ ਹੋਇਆ ਸੀ, ਉਦੋਂ ਤੁਸੀਂ ਮੁਸਲਮਾਨ ਸੋ, ਹੁਣ ਤੁਸੀਂ ਕਾਫਰ ਹੋ ਗਏ। ਮਿਰਜ਼ਾਈ ਕਰਕੇ ਸਾਡੇ ਤੇ ਹਮਲਾ ਹੋਇਆ ਸੀ ਸਾਡੇ ਘਰ। ਤਾਰਕ ਚੌਹਾਨ ਸਾਹਿਬ ਉਦੋਂ ਤੁਸੀਂ ਹੈ ਵੀ ਤੇ ਮੁਸਲਮਾਨ ਸੋ ਨਾ। ਹੁੰਦੇ ਨੇ, ਉਹਨਾਂ ਨੇ ਕੀ ਹਮਲਾ ਕਰਨਾ? ਸਾਡਾ ਘਰ ਸੈਂਟਰ ਹੈਗਾ ਸੀ ਜਮਾਤ ਦਾ, ਨਹੀਂ ਤੇ ਜਲਸਾ ਵੀ ਹੁੰਦਾ ਸੀ ਸਾਡੇ, ਨਮਾਜ਼ ਵੀ ਹੁੰਦੀ ਸੀ। ਜਿਹੜੀ ਹੈ ਉਹਨੂੰ ਪਾਕਿਸਤਾਨ ਲੈ ਕੇ ਜਾਓ, ਰੱਬਾ ਚ ਜਿਹੜਾ ਜਲਸਾ ਗਾ ਉਹਨੂੰ ਆਬਾਦ ਕਰੋ। ਕੀ ਗੱਲ ਹੈ, ਕਦੋਂ ਆਬਾਦ ਕਰਨਾ? ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ। ਉਹ ਖਲੀਫਾ ਜੀ ਖੁਦ ਭੱਜ ਕੇ ਉੱਥੋਂ ਆ ਗਏ ਨੇ, ਤੇ ਉਹ ਕਹਿੰਦੇ ਨੇ ਉੱਥੋਂ ਦੇ ਮਰਜ਼ਈਆਂ ਦਾ ਅੱਲਾ ਹਾਫਿਜ਼ ਹੈ। ਮਨਜ਼ੂਰ ਹੋਇਆ, ਜਦੋਂ ਅੱਲਾਹ ਤਾਲਾ ਨੂੰ ਮਨਜ਼ੂਰ ਹੋਇਆ ਉਸ ਟਾਈਮ ਚਲੇ ਜਾਾਂਗੇ, ਕੋਈ ਮਸਲਾ ਨਹੀਂ। ਸਨੀ ਭਾਈ ਆਰਐਮ ਸਾਹਿਬ, ਅਸੀਂ ਤਾਂ ਸਟੇਡੀਅਮ ਵੀ ਬਹੁਤ ਵੱਡਾ ਲੈ ਲਿਆ ਹੋਇਆ ਰੱਬਾ ਚ, ਤੁਸੀਂ ਕੀ ਸੋਚਦੇ ਹੋ? ਨਾ ਛੇੜੋ, ਉੱਥੇ ਖਲੀਫਾ ਜੀ ਨੂੰ ਬਿਠਾਓ ਨਾ ਜਾ ਕੇ ਰੱਬਾ ਦੇ ਵਿੱਚ। ਖਲੀਫਾ ਖਿਲਾਫਤ ਚਲੀ ਜਾਏਗੀ, ਰੱਬਾ ਵੀ ਜਾਏਗੀ, ਹਰ ਥਾਂ ਤੇ ਜਾਏਗੀ ਜਾਏਗੀ। ਇੱਕ ਖਲੀਫਾ ਇੱਥੇ ਹੀ ਮਰ ਗਿਆ, ਦੂਜਾ ਵੀ ਮਰਨ ਵਾਲਾ ਹੈ, ਤੇ ਖਿਲਾਫਤ ਗਈ ਤੇ ਕੋਈ ਨਹੀਂ। ਤੁਸੀਂ ਤੇ ਆਬੇ ਯਾਦ ਵੀ ਕੇ ਆਏ ਹੋ ਨਾ। ਨਹੀਂ, ਮੈਂ ਤਾਂ ਕੋਈ ਖਲੀਫਾ ਨਹੀਂ, ਮੈਂ ਤਾਂ ਕੱਲ ਮਰ ਜਾ, ਕੋਈ ਕੀ ਫਰਕ ਪੈਂਦਾ? ਜੰਬਾ ਸਾਹਿਬ ਜਿਹੜਾ ਆਬੇ ਯਾਦ ਪੀਤਾ, ਉਹਨਾਂ ਦੇ ਉਹ ਕਾਂ ਮਰ ਜਾਣੇ, ਉਹਨਾਂ ਨਹੀਂ ਮਰਨਾ, ਉਹਨਾਂ ਇੱਥੇ ਬਹਿਣਾ। ਨਹੀਂ, ਤੁਹਾਡੇ ਮਿਰਜ਼ਾ ਮਸੂਰ ਸਾਹਿਬ ਨੇ ਤੇ ਮਰ ਜਾਣਾ, ਅਸੀਂ ਵੀ ਮਰ ਜਾਣਾ, ਜੰਬਾ ਸਾਹਿਬ ਨੇ ਵੀ ਮਰ ਜਾਣਾ, ਸਭ ਨੇ ਮਰ ਜਾਣਾ। ਇਹਦੇ ਚ ਕੀ ਗੱਲ ਹੈ? ਲੇਕਿਨ ਅਸਲ ਗੱਲ ਹੈ ਕਿ ਮਰਨਾ ਲੰਡਨ ਦੇ ਵਿੱਚ ਹੈ। ਤੁਹਾਡੇ ਇਹ ਵਾਲੀ ਹਰਕतें बस कर दो, बंद कर दो। पाकिस्तान जाए ना खलीफा जी, आपको मोडिएटर क्यों नहीं? उसे अहमदिया नु मुसीबत है, तो खलीफा अपने फैमिली लेके बढ़ गए। मतलब यहाँ पे मोडिएटर क्यों नहीं? 2028 में मरने का कहा है, 3 साल रह गए हैं, कुछ शुरू कर देगा क्या इसका, इससे कुछ होना है? कुछ भी नहीं होना बिला वजह यार। आप एम ही खाम जंबा साहब का जिक्र लाने की क्या जरूरत है? भी मैंने कुछ कहा है? मैं तो दुआ ही की थी, मैं तो ना लिया सी। मैं हुसैनी भाई मौजूद हो के? जी हुसैनी भाई, जी हुसैनी भाई, बात ओ किस का शेर है ना, हम कहाँ के दाना थे, लेकिन वो बेसबब हुआ दुश्मन। मतलब गल है कि बाज़ दफ़ा नॉन इशूज़ ਨੂੰ इशू बनाया जाता। मसलन मेरे बारे मैं एक हकीर फकीर आजिज़ जिहा बंदा, लेकिन एक मौजू क्योंकि बना लिया जाता है, लिहाजा ਉਹਦੀ वज़ाहत ਜ਼ਰੂਰੀ ਹੁੰਦੀ। ਤੁਹਾਡਾ ਕੀ ਸਮਝਦੇ ਹੋ? ਮਤਲਬ ਕੱਲ ਅਨਸਰ ਰਜ਼ਾ ਸਾਹਿਬ ਔਰ ਦੂਸਰੇ ਮੁਰੱਬੀ ਸਾਹਿਬ ਨਾਲ ਮੈਂ ਬੈਠਾ ਸੀ, ਉਹਨਾਂ ਨਾਲ ਗੱਲਬਾਤ ਹੋਈ। ਅੱਜ ਜਿਹੜੇ ਨੇ ਬਾਜ਼ ਬਰਾਡਾਂ ਦੇ ਉੱਤੇ ਉਹਨੂੰ ਡਿਸਕਸ ਕੀਤਾ ਜਾ ਰਿਹਾ ਹੈ ਕਿ ਟੋਨੀ ਨੇ ਉੱਥੇ ਜਾ ਕੇ, ਟੋਨੀ कायल हो गया है, इन्हें अपना कोई नजरिया बदल देता है। और चूंकि इन्हें किया है कि मैं मिर्जा साहब ने बारिश किया कि एक पहलू से मैं नबी और एक पहलू से उम्मती उन्होंने तस्लीम कर लिया। ਤੁਹਾਡੇ ਇਲਮ ਚ ਹੈ ਕਿ ਕਦੀ ਮੈਂ ਕਿਸੇ ਵੀ ਸਟੇਜ ਤੇ ਇਸ ਚੀਜ਼ ਤੋਂ ਇਨਕਾਰ ਕੀਤਾ ਹੋਵੇ? ਮੈਂ ਤੇ ਬਗੈਰ ਸੁਣੇ ਹੀ ਕਹਿ ਦਿੱਤਾ ਹੈ, ਮੈਂ ਕਿਹਾ ਟੋਨੀ ਭਾਈ ਨੇ ਕੋਈ ਤਬਦੀਲ ਨਹੀਂ, ਟੋਨੀ ਭਾਈ ਹਰ ਬਾਤ ਆਏ ਤੇ ਮਿਰਜ਼ਾ ਸਾਹਿਬ ਨੇ ਖੁਦ ਕਿਹਾ ਮੈਂ ਇੱਕ ਪਹਿਲੂ ਸੇ, ਉਹਨਾਂ ਨੇ ਪਹਿਲੇ ਮੰਨਦੇ ਹੋਣ ਉਹ ਹੀ ਹੋਣ ਵੀ ਮੰਨਦੇ ਨੇ। ਉਹਨਾਂ ਦੇ ਅੰਦਰ ਕੋਈ ਤਬਦੀਲੀ ਨਹੀਂ ਹੈ। ਕਿਸੇ ਨੂੰ ਵਹਿਮ ਹੈ, ਕਿਸੇ ਨੂੰ ਗਲਤੀ ਲੱਗੀ ਹੈ ਕਿ ਉਹਨੇ ਟੋਨੀ ਭਾਈ ਦੀ ਇਸਲਾਹ ਕਰ ਦਿੱਤੀ ਹੈ, ਉਹ ਟੋਨੀ ਭਾਈ ਨੇ ਕੋਈ ਤਬਦੀਲੀ ਕਰ ਦਿੱਤੀ। ਟੋਨੀ ਭਾਈ ਜੋ ਕੋਈ ਸਮਝਦੇ ਨੇ ਉਹ ਅਲਾ ਵਜਲ ਬਸੀਰਤ ਪਹਿਲੇ ਵੀ ਸਮਝਦੇ ਤੇ ਅੱਜ ਵੀ ਸਮਝਦੇ। ਮੇਰਾ ਇਹ ਤਬਸਰਾ ਹੈ, ਮੈਂ ਨਹੀਂ ਸੁਣੀ ਉਹ ਗੱਲ, ਮੈਂ ਉਹ ਗੱਲ ਬਗੈਰ ਸੁਣਿਆ, ਮੇਰਾ ਇਹ ਤਬਸਰਾ ਹੈ।
ਨਹੀਂ ਮਤਲਬ ਉਹ ਬਾਅਦ ਦਫਾ ਕਹਿੰਦੇ ਨੇ ਕਿ ਕਿਉਂਕਿ ਮੁਰੱਬੀਆਨ ਆ ਗਏ ਨੇ ਤੇ ਲਿਹਾਜ਼ਾ ਮੈਂ ਉਹਨਾਂ ਦੇ ਸਾਹਮਣੇ ਆਪਣਾ ਮੌਕਫ ਤੇ, ਹਾਲਾਂਕਿ ਤਾਰਿਕ ਚੌਹਾਨ ਸਾਹਿਬ ਵੀ ਜਾਣਦੇ ਨੇ ਮੇਰੇ ਮੌਕਫ ਨੂੰ, ਸ਼ੁਰੂ ਤੋਂ ਜਾਣਦੇ ਨੇ। ਇਖਤਲਾਫ ਰੱਖਣਾ ਹੋਰ ਗੱਲ ਹੈ, ਲੇਕਿਨ ਮੈਂ ਉਹਦੀ ਕੋਈ ਤਬਦੀਲੀ ਨਹੀਂ ਕੀਤੀ, ਰਾਈਟ ਨਾ ਉਹਦੀ ਜ਼ਰੂਰਤ ਮਹਿਸੂਸ ਕੀਤੀ। ਜੀ ਜੀ ਟੋਨੀ ਸਾਹਿਬ, ਅਸਲ 'ਚ ਜਿਹੜਾ ਮਸਲਾ ਹੁੰਦਾ ਹੈ ਨਾ, ਠੀਕ ਹੈ, ਉਹ ਉਦੋਂ ਹੀ ਹੁੰਦਾ। ਹੁਣ ਵੀ ਮਸਲਾ ਹੱਲ ਹੋਇਆ ਤੇ ਜਾ ਕੇ ਹੱਲ ਉੱਥੇ ਹੀ ਹੋਇਆ ਜਿੱਥੇ ਪਹਿਲੋਂ ਹੋਣਾ ਚਾਹੀਦਾ ਸੀ। ਉਹ ਤੁਹਾਡੇ ਤੇ ਬਾਕੀ ਲੋਕਾਂ ਦੇ ਦਰਮਿਆਨ 'ਚ ਨਹੀਂ ਸੀ ਹੋ ਰਿਹਾ ਜਿਹੜਾ ਮੁਰੱਬੀ ਸਾਹਿਬ ਨੇ ਕੀਤਾ। ਉਹ ਹੱਲ ਕਿੱਥੇ ਜਾ ਕੇ ਹੋਣਾ ਸੀ? ਉਹ ਇਬਾਰਤ ਦੇ ਉੱਤੇ ਜਾ ਕੇ ਖਤਮ ਹੋਣਾ ਸੀ। ਆਪਣੀ ਅੰਡਰਸਟੈਂਡਿੰਗ ਨਾ ਤੁਹਾਨੂੰ ਪਾਉਣ ਦੀ ਇਜਾਜ਼ਤ ਹੈ, ਨਾ ਮੁਰੱਬੀ ਸਾਹਿਬ ਨੂੰ, ਨਾ ਸ਼ਹਿਜ਼ਾਦ ਖੁਰਮ ਸਾਹਿਬ ਨੂੰ, ਨਾ ਮੁਹੰਮਦ ਅਹਿਮਦ, ਨਾ ਮੈਨੂੰ, ਠੀਕ ਹੈ। ਆਪਣੀ ਅੰਡਰਸਟੈਂਡਿੰਗ ਜਦੋਂ ਵਿੱਚ ਪਵੇਗੀ, ਠੀਕ ਹੈ, ਫਿਰ ਹੋਵੇਗੀ ਬਹਿਸ ਤੇ ਉਹਦਾ ਉੜੇਗਾ ਮਜ਼ਾਕ। ਉਹ ਜਿੰਨੀ ਕੋਸ਼ਿਸ਼ ਤੁਸੀਂ ਕਰਦੇ ਹੋ ਜਾਂ ਮੈਂ ਕਰਨਾ ਵਾ ਜਾਂ ਕੋਈ ਹੋਰ ਕਰਦਾ, ਸਾਰੇ ਹੀ ਕਰਨ ਲੱਗ ਪੈਣ ਕਿ ਇਸ ਗੱਲ ਦੇ ਉੱਤੇ ਤਹਿਰੀਰ ਤੱਕ ਰਿਹਾ ਜਾਏ, ਠੀਕ ਹੈ ਨਾ। ਕਿਉਂਕਿ ਕਿਸੇ ਦੇ ਬਾਰੇ 'ਚ ਪੁੱਛਣ ਡਿਆ ਕੋਈ ਬੰਦਾ ਕਿ ਹਾਂ ਵੀ ਕੋਈ ਇਹ ਗੱਲ ਪੁੱਛਿਆ ਵੀ ਦੱਸੋ ਜੀ ਮਿਰਜ਼ਾ ਸਾਹਿਬ ਅਲੈਹਿਸਸਲਾਤੁ ਵਸਸਲਾਮ ਨੇ ਕੀ ਦਾਵਾ ਕੀਤਾ, ਉਹਨਾਂ ਦੀ ਇਬਾਰਤ, ਉਹਨਾਂ ਦੇ ਅਲਫਾਜ਼ ਪੜ੍ਹ ਕੇ ਸੁਣਾ ਦਿੱਤੇ ਜਾਣ ਤੇ ਉੱਥੇ ਉਹੀ ਕੰਮ ਹੋਣਾ ਜੋ ਉਦੋਂ ਮੁਰੱਬੀ ਸਾਹਿਬ ਤੇ ਤੁਹਾਡੇ ਦਰਮਿਆਨ 'ਚ ਹੋਇਆ, ਠੀਕ ਹੈ। ਲੇਕਿਨ ਜਦੋਂ ਆਪਣੀ ਅੰਡਰਸਟੈਂਡਿੰਗ, ਆਪਣੇ ਅਲਫਾਜ਼ ਦੱਸੇ ਜਾਣਗੇ ਤੇ ਫਿਰ ਉਹੀ ਹੋਏਗਾ ਜੋ ਸ਼ਹਿਜ਼ਾਦ ਖੁਰਮ ਸਾਹਿਬ ਤੇ ਤੁਹਾਡੇ ਦੇ ਵਿੱਚ ਹੋਇਆ ਸੀ ਉੱਥੇ। ਕੌਣ ਸੇ ਮੁਰੱਬੀ ਸਾਹਿਬ ਥੇ? ਮਿਰਜ਼ਾ ਸਾਹਿਬ ਦੀ ਤਹਿਰੀਰ ਪੜ੍ਹ ਕੇ ਕਹਿੰਦੇ ਨੇ ਜੋ ਮਿਰਜ਼ਾ ਸਾਹਿਬ ਲਿਖ ਰਹੇ ਨੇ ਉਹ ਅਸਲ ਨਹੀਂ ਹੈ। ਮਿਰਜ਼ਾ ਸਾਹਿਬ ਨੂੰ ਇੱਥੇ ਗੱਲ ਸਮਝਾ ਦਿੱਤੀ ਹੈ ਟੋਨੀ। ਇਹਦਾ ਹੁਣ ਕੀ ਕਰੋਗੇ ਤੁਸੀਂ? ਮੁਰੱਬੀ ਸਾਹਿਬ ਤੇ ਟੋਨੀ ਸਾਹਿਬ, ਠੀਕ ਹੈ, ਇੱਕ ਚੀਜ਼ ਦੇ ਉੱਤੇ ਕਹਿ ਲਓ ਕਿ ਐਗਰੀ ਹੋਏ ਨੇ ਕਿ ਹਾਂ ਬਿਲਕੁਲ ਇਸੇ ਤਰ੍ਹਾਂ ਹੀ। ਉਸ ਗੱਲ ਦੇ ਉੱਤੇ ਪਹਿਲੇ ਐਗਰੀ ਨਹੀਂ ਹੈ, ਹੁਣ ਪਹਿਲੀ ਦਫਾ ਹੋਏ ਨੇ। ਨਹੀਂ 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 ਨਹੀਂ, ਮੈਂ ਉਸ ਗੱਲ ਦੇ ਉੱਤੇ ਅੱਜ ਤੋਂ ਪਹਿਲਾਂ ਉਸੇ ਦਿਨ ਜਿੱਦਣ ਇਹ ਮਸਲਾ ਹੋਇਆ ਨਾ, ਉਸੇ ਦਿਨ ਅਸੀਂ ਆਪਣੀ ਬਰਾੜ ਲਾਈ ਸੀ ਤੇ ਉੱਥੇ ਇਹ ਕਹਿ ਲਓ ਕਿ ਮਸਲਾ ਹੋਇਆ। ਉਹ ਬੰਦੇ ਆਏ ਜਿਨ੍ਹਾਂ ਦੇ ਨਾਲ ਇਹਨਾਂ ਦੀ ਬਹਿਸ ਸ਼ੁਰੂ ਹੋਈ ਸੀ, ਠੀਕ ਹੈ। ਮੈਂ ਫਿਰ ਉਹਦੇ ਉੱਤੇ ਫਿਰ ਦੁਬਾਰਾ ਫਿਰ ਮੈਂ ਕਹਿ ਲਓ ਕਿ ਉਹ ਵੀਡੀਓ ਵੇਖੀ ਤੇ ਮੈਂ ਉਹਨਾਂ ਨੂੰ ਉਸੇ ਦਿਨ ਇਹ ਗੱਲ ਦੱਸੀ ਸੀ। ਮੈਂ ਕਿਹਾ ਮੈਂ ਖੁਦ ਇਹ ਸਵਾਲ ਪੁੱਛਿਆ, ਅਗਰ ਮੈਂ ਖੁਦ ਪੁੱਛਿਆ ਹੁੰਦਾ ਤਾਰ ਅਮਜਦ ਟੋਨੀ ਸਾਹਿਬ ਨੂੰ ਤੇ ਮੈਂ ਫਿਰ ਵੀ ਕਹਿੰਦਾ ਕਿ ਯਾਰ ਮੈਂ ਕਿਤੋਂ ਸੁਣਿਆ, ਤੇ ਮੈਂ ਤੇ ਖੁਦ ਅਲਫਾਜ਼ ਦੱਸ ਕੇ ਪੁੱਛੇ ਸਨ ਕਿ ਮਿਰਜ਼ਾ ਸਾਹਿਬ ਦਾ ਇਹ ਦਾਵਾ ਹੈ, ਕਿਆ ਇਹਨੂੰ ਤੁਸੀਂ ਮੰਨਦੇ ਹੋ? ਮਿਰਜ਼ਾ ਸਾਹਿਬ ਦਾ ਕੀ ਦਾਵਾ ਹੈ? ਨਬੀ ਹੋਣ ਦਾ ਦਾਵਾ ਹੈ। मिर्जा साहब का दावा है कि एक लिहाज से उम्मती और एक लिहाज से नबी। नबी होने का दावा तो नहीं ना? नहीं 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 नहीं, मेरी गल सुनो। मिर्जा साहब का दावा एक लिहाज से उम्मती, मैं क्या कहना वे देखो, या नबी होने का दावा होता है या नबी होने का दावा नहीं होता। तो मिर्जा साहब का नबी होने का दावा है या नबी होने का दावा नहीं? मैं जेड़ा दावा दसिया वो ਤੁਹਾਨੂੰ कबूल नहीं? हां जी, मैं जेड़ा दसिया दावा है कबूल नहीं। ये तो कोता, ये तो कन्फ्यूजन है। हाँ ठीक है, तुसी कर लो, ਤੁਹਾਨੂੰ ਲੱਗਦੀ, ਸਾਨੂੰ ਨਹੀਂ ਲੱਗਦੀ। मेरा मकसद है कि एक या नबी होता है या नबी नहीं होता। ਸਾਡੇ ਮੁਤਾਬਕ ਹੈ ਨੇ, ਸਾਡੇ ਮੁਤਾਬਕ ਨਬੀ ਨਹੀਂ ਨੇ। ਸਾਡੇ ਮੁਤਾਬਕ ਇਸ ਤਰ੍ਹਾਂ ਨਹੀਂ ਹੈ। ਸਾਡੇ ਮੁਤਾਬਕ ਜੋ ਉਹਨਾਂ ਨੇ ਕਹਿ ਦਿੱਤਾ ਨਾ ਕਿ ਇੱਕ ਲਿਹਾਜ਼ ਸੇ ਉਮਤੀ ਔਰ ਇੱਕ ਲਿਹਾਜ਼ ਸੇ ਨਬੀ, ਅਸੀਂ ਉਹਨਾਂ ਨੂੰ ਉਸ ਤਰ੍ਹਾਂ ਹੀ ਤਸਲੀਮ ਕਰਨੇ ਆ। ਤੁਹਾਨੂੰ ਅਗਰ ਉਹਦੇ 'ਚ ਕਨਫਿਊਜ਼ਿੰਗ ਲੱਗ ਰਹੀ ਹੈ, ਨਹੀਂ, ਮੇਰਾ ਮਕਸਦ ਇਹ ਹੈ ਕਿ ਉਹ ਨਬੀ ਹੈ ਨਹੀਂ ਜਾਂ ਨਹੀਂ ਨੇ। ਉਹ ਉਦੋਂ ਤੱਕ ਦੱਸਾਂ ਸੀ ਜਦੋਂ ਤੁਸੀਂ ਉਹਨਾਂ ਤੇ ਇਮਾਨ ਲਿਆ। 11 ਭਾਈ ਸਾਹਿਬ ਇਹਦਾ ਕੀ ਜਵਾਬ ਹੈ ਕਿ ਨਬੀ ਹੈ ਨਹੀਂ ਜਾਂ ਨਹੀਂ ਨੇ? ਇਹਦੇ ਤੇ ਟੋਨੀ ਭਾਈ ਉਹੀ ਜਵਾਬ ਹੈ। ਸੁਣ ਲਓ ਇਹਦੇ ਤੇ ਉਹੀ ਜਵਾਬ ਸੁਣ ਲਓ। ਤੁਹਾਨੂੰ ਇਹਦੇ ਜਵਾਬ ਦੇ ਵਿੱਚ ਜਲਸਾ ਸਾਲਾਨਾ ਦੀ ਤਕਰੀਰ ਸੁਣਨੀ ਪਏਗੀ। ਸਰ ਮੈਂ ਉਸ ਤੋਂ ਵੀ ਮੇਰੀ ਗੱਲ ਸੁਣ ਲਓ। ਅਗਰ ਤੁਹਾਨੂੰ ਇਹਦਾ ਜਵਾਬ ਚਾਹੀਦਾ ਹੈ ਤੇ ਉਹੀ ਜਵਾਬ ਹੈ ਜੋ ਖਲੀਫਾ ਵਕਤ ਨੇ ਉਸ ਟਾਈਮ 1974 ਚ ਦਿੱਤਾ ਸੀ। ਕੀ ਦਿੱਤਾ ਉਹਨਾਂ ਨੇ ਜਵਾਬ? ਉਹ ਤੁਸੀਂ ਪੜ੍ਹ ਕੇ ਇੱਥੇ 3-4 ਵਾਰੀ ਤੁਸੀਂ ਬਿਆਨ ਵੀ ਕੀਤਾ। ਕਿਹੜੇ ਗਾਮਤ ਨੇ? Do you believe Mirza Ghulam Ahmad Qadiani as a prophet? The answer was by Hazrat Khalifatul Masih Salis, no. ਮਾਸ਼ਾਅੱਲਾ, ਇਹ ਹੋਈ ਨਾ ਗੱਲ। ਹਾਂ ਤੇ ਉਹ ਖਲੀਫਾ ਦੇ ਅਲਫਾਜ਼ ਤੁਹਾਨੂੰ ਦੱਸੇ ਨੇ, ਆਪਣੇ ਅਲਫਾਜ਼ ਨਹੀਂ ਦੱਸੇ। ਤੇ ਫਿਰ ਉਹਨਾਂ ਨੇ ਪੁੱਛਿਆ ਕਿ क्या मिर्जा गुलाम अहमद कादियानी को नबी मानते हैं? तो जवाब है नहीं। हाँ जी, ਤੇ ਇਹ ਤੇ ਜਵਾਬ ਦੁਬਾਰਾ ਮੇਰਾ ਮੌਕਫ ਨਾ ਸਮਝਿਆ ਜਾਏ ਕਿ ਟੋਨੀ ਅੱਜ ਨਹੀਂ ਮੈਂ ਵੇਖੋ ਨਾ, ਤੁਸੀਂ ਤਾਂ ਅਲਫਾਜ਼ ਬੋਲ ਦਿੱਤੇ ਨੇ, ਮੈਂ ਤਾਂ ਅਲਫਾਜ਼ ਵੀ ਨਹੀਂ ਸਨ ਬੋਲੇ। ਮੈਨੂੰ ਪਤਾ ਸੀ ਕਿ ਹੁਸੈਨੀ ਸਾਹਿਬ ਨੂੰ ਇਹ ਅਲਫਾਜ਼ ਪਤਾ ਨੇ ਕਿ ਉਹਨਾਂ ਨੇ ਕੀ ਬੋਲੇ ਨੇ, ਹਰ ਇੱਕ ਅਹਿਮਦੀ ਨੂੰ ਪਤਾ ਨੇ, ਠੀਕ ਹੈ। ਤੇ ਉਹਨਾਂ ਅਲਫਾਜ਼ਾਂ ਦਾ ਮੈਂ ਤਾਂ ਅਲਫਾਜ਼ ਇਸ ਲਈ ਬਿਆਨ ਵੀ ਨਹੀਂ ਕੀਤੇ ਜੀ। ਮੈਂ ਕਿਹਾ ਭਾਈ ਜਾ ਕੇ ਅਲਫਾਜ਼ ਪੜ੍ਹ ਲਓ ਜਿਹੜੇ ਅਲਫਾਜ਼ ਮਿਰਜ਼ਾ ਨਾਸਰ ਅਹਿਮਦ ਸਾਹਿਬ ਨੇ ਅਸੈਂਬਲੀ 'ਚ ਬਹਿ ਕੇ ਦਿੱਤੇ ਨੇ, ਆਪਣਾ ਮੌਕਫ ਦਿੱਤਾ ਹੈ। ਉਹਨਾਂ ਨੇ ਉਹੀ ਮੌਕਫ ਹਰ ਅਹਿਮਦੀ ਦਾ ਦੇਖੋ। ਬਿਆਨ ਕਰਨ ਖਲੀਫਾ ਸਾਲਿਸ ਨਾ ਉਹ ਅਲੱਗ-ਅਲੱਗ। हाँ देखो, खलीफा सालिस रहमतुल्लाह अलैह ने
ਜੋ ਕਹਿਤਾ ਉਹ ਕੈਸ ਉਹਨਾਂ ਦੀ ਹੈ ਸੀ ਜੁਰਤ, ਇਖਲਾਕ, ਅਥਾਰਟੀ। ਮੇਰੀ ਐਸੀ ਅਥਾਰਟੀ ਨਹੀਂ। ਮੈਂ ਮਿਰਜ਼ਾ ਗੁਲਾਮ ਮੁਹੰਮਦ ਕਾਦੀਆਨੀ ਸਾਹਿਬ ਦੇ ਉਸ ਫਿਕਰੇ ਨੂੰ ਹਮੇਸ਼ਾ ਜ਼ਿਹਨ 'ਚ ਮੁਸਤਾਹਜ਼ਰ ਰੱਖਿਆ ਹੈ ਕਿ ਮਹਿਜ਼ ਇਨਕਾਰ ਦਰੁਸਤ ਨਹੀਂ। ਲਿਹਾਜ਼ਾ ਮੈਂ ਮਹਿਜ਼ ਇਨਕਾਰ दुरुस्त है नहीं दुरुस्त। महज इकरार भी अगर हराम नहीं तो मकरू जरूर है। सामने आते भी नहीं, साफ छुपते भी नहीं। नहीं पहले सामने साफ छुपते भी नहीं लेकिन हुसैनी भाई ये जेड़ा एक डेलिकेट मसला है, इट्स नॉट वेरी सिंपल। मैं समझना वा मिर्जा गुलाम अहमद कादियानी साहब ने जिस खूबसूरती नाल ਇਹਦੇ ਪੁਲ ਸਰਾਤ ਤੋਂ ਚੱਲੇ ਨੇ ਖਤਮੇ ਨਬੂਵਤ, ਅਜਰਾਏ ਨਬੂਵਤ ਦੇ ਉੱਤੇ, ਯਾਰ ਮੈਂ ਆਸ਼ ਕਰ ਉੱਠਣਾ ਔਰ ਉਹਨਾਂ ਦੇ ਮੁਆਸਰੀਨ ਦੇ ਵਿੱਚ ਕਿਸੇ ਨੂੰ ਵੀ ਇੰਨੀ ਖੂਬਸੂਰਤੀ ਨਾਲ ਇਸ ਖਤਮੇ ਨਬੂਵਤ ਜਾਂ ਅਜਰਾਏ ਨਬੂਵਤ ਦੇ ਉੱਤੇ ਬਿਆਨ ਕਰਨ ਦੀ ਅਗਰ ਕੋਈ ਇਹਨਾਂ ਦੇ ਕਰੀਬ ਵੀ ਹੈ, ਕੋਈ ਬੰਦਾ ਆਏ ਤੇ ਸਹੀ। नहीं सुभान अल्लाह। अंकल सोनी साहब कह रहे हैं कि हुसैनी साहब की तवज्जो नीचे जेड़ा उन्होंने किया ना कि इस उम्मत के बाद अफराद को बावजूद उम्मती होने के नबी का खिताब मिला। अंकल यार हुसैनी भाई मतलब साहब को मैं पढ़ देना ताहर अमजद साहब से इख्तलाफ हो सकता है, लेकिन वो बहादुरी से मशीनरी के सामने अपने मुदल्लल मौक़िफ़ पर डटे रहे। हैं जी ताहिर अमजद साहब ना कॉलेज का जमाना मिशनरी के सामने अपने मुदल्लल मौक़िफ़ पर डटे रहे। अपना हुसैनी भाई मैं अपनी सीट जड़ी है वाटर साहब वास्ते कुर्बान कर रहे हैं क्योंकि मैं बिजी होने लगा। अच्छा जी हुसैनी भाई पानी का लेवल हुसैनी भाई ऊपर आ गया। हाँ नहीं हुसैनी भाई मैनू ना 1-2 मिनट ਤੁਹਾਡੀ ਚਾਹੀਦੇ ਨੇ। जी बिस्मिल्लाह। मतलब एक मैं समझना अपने दोस्तों ਲਈ ਵੀ एंड करेक्ट इफ आई एम रॉन्ग, हाकमियत आला हाकम ਜਿਹੜਾ ਹੈ ਅੱਲਾह ਤਾਲਾ ਦਾ ਕਲਾਮ ਹੈ। ਹਾਕਮ ਆਲਾ ਅੱਲਾह ਤਾਲਾ ਦਾ ਜਿਹੜਾ ਹੈ ਕਲਾਮ ਉਹ ਕੁਰਾਨ ਪਾਕ ਹੈ, ਉਹ ਹਾਕਮ ਆਲਾ ਹੈ। ਉਹਦੇ ਤਹਿਤ ਉਸੇ ਮਿਸ਼ਨ ਨੂੰ ਅੱਗੇ ਲੈ ਕੇ ਸੁਨਨਤ ਰਸੂਲ ਹੈ। ਲਿਹਾਜ਼ਾ ਹਾਕਮ ਆਲਾ ਦੇ ਸਾਹਮਣੇ, ਅਥਾਰਟੀ ਆਲਾ ਦੇ ਸਾਹਮਣੇ ਤੁਸੀਂ ਤੁਹਾਡੇ ਤੱਕ ਪਹੁੰਚੀ ਕੋਈ ਖਬਰ ਵੀ ਹੈ ਹਦੀਸ ਦੀ, ਉਹ ਵੀ ਉਹਨੂੰ ਕਾਊਂਟਰ ਨਹੀਂ ਕਰ ਸਕਦੀ। ਇਟ ਵਿਲ ਬੀ ਆਟੋਮੈਟਿਕਲੀ ਸਬਡਿਊ, ਰਾਈਟ। ਮਤਲਬ ਹਾਕਮੀਅਤ ਜਿਹੜੀ ਹੈ ਉਹ ਕੁਰਾਨ ਦੀ ਰਹੇਗੀ। ਇਸੇ ਤਰ੍ਹਾਂ ਹੀ ਅਗਰ ਸੁਨਨਤ ਰਸੂਲ ਹੈ ਦੂਸਰੀ ਅਥਾਰਟੀ, ਉਹਦੇ ਸਾਹਮਣੇ ਮਿਰਜ਼ਾ ਸਾਹਿਬ ਹੋਣ, ਜੱਟ ਸਾਹਿਬ ਹੋਣ, ਬੱਟ ਸਾਹਿਬ ਹੋਣ, ਸ਼ਾਹ ਜੀ ਹੋਣ ਜਾਂ ਕੋਈ ਹੋਰ ਹੋਵੇ, ਉਹਨਾਂ ਦਾ ਕੋਈ ਵੀ ਫਰਮੂਦਾਤ ਅਗਰ ਉਹ ਮੁਤਸਾਦਮ ਹੈ ਤੇ ਆਟੋਮੈਟਿਕਲੀ ਪ੍ਰੀ ਅਪਰੂਵ ਹੋਣਾ ਚਾਹੀਦਾ ਕਿ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਸੁਨਨਤ ਹੈ, ਉਹਨਾਂ ਦਾ ਜਿਹੜਾ ਫਰਮਾਨ ਹੈ, ਦੈਟ ਇਜ਼ ਹਾਕਮ, ਉਹ ਕਾਜ਼ੀ ਹੋਏਗਾ। ਇਸੇ ਤਰ੍ਹਾਂ ਹੀ ਜਮਾਤ ਅਹਿਮਦੀਆ ਦੇ ਫੋਲਡ ਦੇ ਵਿੱਚ ਅਗਰ ਇਸ ਵਿੱਚ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਅਲੈਹਿਸਸਲਾਤੁ ਵਸਸਲਾਮ ਉਹਨਾਂ ਦਾ ਜਿਹੜਾ ਫਰਮਾਨ ਹੈ, ਉਹਦੇ ਨਾਲ ਅਗਰ ਕੋਈ ਖਲੀਫਾ ਵਕਤ ਦਾ ਜਾਂ ਦੂਸਰੇ ਕਿਸੇ ਸਕਾਲਰ ਦਾ ਕੋਈ ਰਾਏ ਹੈ ਤੇ ਉਹਨੂੰ ਮਿਰਜ਼ਾ ਸਾਹਿਬ ਨੂੰ ਜਿਹੜੀ ਰਾਏ ਉਹਨੂੰ ਜ਼ਿਆਦਾ ਇhtਰਾਮ ਨਾਲ ਦੇਖਣਾ ਪਏਗਾ। ਖੁਲਾਫਾ ਦੀ ਜਦੋਂ ਥੋੜੀ ਗੱਲ ਹੈ, ਇੱਕ ਆਮ ਤੌਰ ਤੇ ਹੁੰਦੇ ਨੇ ਬਾਜ਼ ਦਫਾ ਸਾਡੇ ਜਜ਼ਬਾਤੀ ਇਹ ਕਹਿ ਦਿੰਦੇ ਨੇ ਕਿ ਖਲੀਫਾ ਵਕਤ ਦੀ ਅਤਾਤ ਜਾਂ ਬੈਤ ਦਾ ਮਤਲਬ ਹੈ ਕਿ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਇਖਤਲਾਫ ਰੱਖਣ ਦੀ ਗੁੰਜਾਇਸ਼ ਹੀ ਨਹੀਂ। ਇਹ ਜਿਹੜਾ ਕਨਸੈਪਟ ਹੈਗਾ, ਇਹਨੂੰ ਕੈਟਾਗੋਰੀਕਲੀ ਸਾਡੇ ਖੁਲਾਫਾ ਨੇ ਹੀ ਰੱਦ ਕੀਤਾ ਹੈ। ਐਸਾ ਕੋਈ ਤਸਵਰ ਨਹੀਂ ਹੈਗਾ। ਤੁਸੀਂ ਇਖਤਲਾਫ ਰਾਏ ਬੇਸ਼ੱਕ ਰੱਖ ਸਕਦੇ ਹੋ। ਖਲੀਫਾ ਵਕਤ ਨੂੰ ਕਿਸੇ ਵੀ ਵਜ੍ਹਾ ਤੋਂ ਗਲਤ ਰਿਪੋਰਟਿੰਗ ਦੀ ਵਜ੍ਹਾ ਤੋਂ ਜਾਂ ਉਹਦੇ ਫਹਿਮ ਦੇ ਵਿੱਚ ਉਹਨੂੰ ਗਲਤ ਫਹਿਮੀ ਲੱਗ ਸਕਦੀ ਹੈ। ਉਹਨਾਂ ਨਾਲ ਇਖਤਲਾਫ ਰਾਏ ਰੱਖਣ ਦਾ ਮੈਂ ਮਤਲਬ ਜ਼ਾਤੀ ਤੌਰ ਤੇ ਇਸ ਚੀਜ਼ ਦਾ ਸ਼ਾਹਿਦ ਹੈਗਾ ਕਿ ਖਲੀਫਾ ਵਕਤ ਨੇ ਆਪਣੀ ਰਾਏ ਤਬਦੀਲ ਕੀਤੀ ਹੈ, ਰਾਈਟ। ਔਰ ਉਹਨਾਂ ਨੂੰ ਉਹਨਾਂ ਤਵੱਜੋ ਦਿਲਾਈ ਗਈ ਹੈ ਕਿ ਹਜ਼ੂਰ ਇਹ ਫੈਸਲਾ
ਜਿਹੜਾ ਨਾ ਇਹਦੇ 'ਚ ਨਜ਼ਰਸਾਨੀ ਕਰ ਲਓ ਉਹਨਾਂ ਨੇ ਕੀਤੀ ਹੈ ਔਰ ਇਸ ਚੀਜ਼ ਦਾ ਖਲੀਫਾ ਸਾਨੀ ਦੇ ਵਾਜ਼ੇ ਤੌਰ ਤੇ ਮੌਜੂਦ ਹੈ ਕਿ ਖਲੀਫਾ ਵਕਤ ਨਾਲ ਇਖਤਲਾਫ ਕੀਤਾ ਜਾ। ਹਾਂ ਅਗਰ ਖਲੀਫਾ ਵਕਤ ਮਤਲਬ ਮੈਨੂੰ ਕਹਿਣ ਕਿ ਤੂੰ ਇਹ ਕੰਮ ਕਰ ਲੈ ਰਾਈਟ, ਮੈਂ ਉਹਦੇ ਉੱਤੇ ਉਹਨਾਂ ਦੀ ਨਾਫਰਮਾਨੀ ਕਰਨ ਦਾ ਸੋਚ ਹੀ ਨਹੀਂ ਸਕਦਾ, ਲੇਕਿਨ क्या ਉਹ ਕੋਈ ਅਗਰ ਕੋਈ ਨਜ਼ਰੀਆ ਕਰਦੇ ਤੇ ਸਵਾਲ ਕੀਤਾ ਜਾ ਸਕਦਾ ਹੈ। ਬੇਸ਼ੱਕ ਅਤਾਤ ਫਰਮਾ ਬਰਦਾਰੀ ਦੇ ਵਿੱਚ ਉਹਨਾਂ ਕਹਿੰਦਾ ਹਜ਼ੂਰ ਤੁਹਾਡੇ ਖਾਦਮ ਆ, ਲੇਕਿਨ ਇਹਦੇ ਮਾਮਲੇ 'ਚ ਮੇਰੀ ਇਹ ਰਾਏ ਤੇ ਇਹ ਜਮਾਤ ਕੋਈ ਸ਼ਾਹ ਦੌਲਾ ਵਲੀ ਦੇ ਚੂਹੇ ਨਹੀਂ ਪੈਦਾ ਕਰਦੀ, ਇਹ ਸੋਚਣ ਸਮਝਣ ਵਾਲੇ ਔਰ ਸਵਾਲ ਕਰਨ ਦੀ ਜੁਰਤ ਦਿੰਦੀ ਹੈ। ਮੈਂ ਕਦੀ ਦੁਸ਼ਵਾਰੀ ਨਹੀਂ ਮਹਿਸੂਸ ਕੀਤੀ, ਕੋਈ ਵੀ ਸਵਾਲ ਜ਼ਿਹਨ 'ਚ ਆਇਆ ਉਹਨੂੰ ਕਰਨ ਦੇ ਵਿੱਚ। ਹਾਂ ਮਤਲਬ ਇਹ ਅਦਬ ਇਹਤਰਾਮ ਜਿਹੜਾ ਹੈ ਉਹ ਕਾਇਮ ਰਹਿਣਾ ਚਾਹੀਦਾ। मैं हल्फन करना कि मैं कभी दुश्वारी नहीं की थी। अच्छा अंकल, जो मैसेज पहले 1122 साहब ने पढ़ के सुनाया था वो सोनी साहब का था। क्या मैसेज था? वो मजीद भी वो यही मैसेज था कि ताहिर अमजद साहब रबी साहब के आगे डटे रहे अपने मौक़िफ़ पे, इसी तरह का था। और मज़ीद आखिरी उनका मैसेज था, आम जमाती मुरब्बी की बात पर अपना मौक़िफ़ बदल लेते हैं चाहे समझ ना आए, लेकिन अमजद साहब ने ऐसा नहीं किया। कर ही नहीं सकते। ਇਹਨਾਂ ਦੀ ਗੱਲ ਕੋਈ ਰਸਮੀ ਤੇ ਨਹੀਂ ਨਾ, ਇਹ ਤਾਂ ਪੜ੍ਹੇ ਸਾਰੀਆਂ ਚੀਜ਼ਾਂ ਇਹਨਾਂ ਨੇ ਸਮਝ ਕੇ ਗੱਲ ਕਹੀ ਹੈ ਜਿਹੜੀ ਕਹੀ ਹੈ। ਇਹਨਾਂ ਦੇ ਮੁਤਲਕ ਇਹ ਖਿਆਲ ਕਰ ਲੈਣਾ ਕਿ ਮੁਰੱਬੀ ਸਾਹਿਬ ਦੇ ਸਾਹਮਣੇ ਜਾ ਕੇ ਇੱਕ ਅਨਪੜ੍ਹ ਆਦਮੀ ਜਿਹਨੇ ਮੁਰੱਬੀ ਸਾਹਿਬ ਨੂੰ ਮੌਲਵੀ ਸਾਹਿਬ ਦੀ ਤਰ੍ਹਾਂ ਮੰਨਿਆ ਹੋਵੇ ਉਹ ਤੇ ਕਰ ਸਕਦਾ ਹੈ ਕਿ ਮੁਰੱਬੀ ਸਾਹਿਬ ਨੇ ਕਹਿ ਦਿੱਤਾ ਹੈ, ਲੇਕਿਨ ਜਿਹਨੇ ਆਦਮੀ ਨੇ ਖੁਦ ਕਿਤਾਬਾਂ ਪੜ੍ਹੀਆਂ ਹੋਣ, ਖੁਦ ਪੜ੍ਹ ਸਕਦਾ ਹੋਵੇ, ਸਮਝ ਸਕਦਾ ਹੋਵੇ, ਉਹ ਮੁਹਤਾਜ ਨਹੀਂ ਹੁੰਦਾ ਕਿਸੇ ਮੁਰੱਬੀ ਸਾਹਿਬ ਦਾ। लेकिन हुसैनी साहब अगर कोई ये कहे कि अस्सलाम वालेकुम इख्तलाफ भी हो सकता है तो क्या वो इस दरवाजे ਨੂੰ ਨਹੀਂ ਖੋਲ ਰਿਹਾ ਕਿ ਕੱਲ ਨੂੰ ਕਹਿੰਦੇ ਨੇ ਕਿ ਇੱਕ ਵਾਸਤੇ ਉੱਠਣਾ ਔਰ ਬਹਿਣਾ ਉਹ ਮੁਮਕਿਨ ਨਾ ਹੋਵੇ ਕਿਸੇ ਵਾਸਤੇ, ਤੇ ਉਹ ਤਾਂ ਦਰਵਾਜ਼ਾ ਨਹੀਂ ਖੋਲ ਜਾਏਗਾ। ਖਲੀਫਾ ਵਕਤ ਦੇ ਨਾਲ ਇਖਤਲਾਫ ਹੋ ਸਕਦਾ ਹੈ, ਇਸ ਚੀਜ਼ ਦਾ ਮੌਕਫ ਰੱਖਣਾ ਕਿਆ ਇਸ ਚੀਜ਼ ਨੂੰ ਦਰਵਾਜ਼ਾ ਨਹੀਂ ਖੋਲ ਦੇਗਾ ਕਿ ਕੱਲ ਨੂੰ ਕੋਈ ਵੀ ਕਿਸੇ ਵੀ ਗੱਲ ਦੇ ਉੱਤੇ ਇਤਰਾਜ਼ ਕਹਿ ਸਕਦਾ ਹੈ ਕਿ ਮੈਂ ਇਸ ਚੀਜ਼ ਦੀ ਇਤਾਅਤ ਨਹੀਂ ਕਰਦਾ ਕਿਉਂਕਿ ਮੇਰੀ ਨਜ਼ਰ ਦੇ ਵਿੱਚ ਇਹ ਮੁਮਕਿਨ ਨਹੀਂ ਜਾਂ ਇੱਥੇ ਮੈਂ ਹੱਕ ਤੇ ਹਾਂ। ਬਿਲਕੁਲ ਆਰਾਮ ਸਾਹਿਬ ਤੁਸੀਂ ਬੜੀ ਅੱਛੀ ਗੱਲ ਕੀਤੀ। ਅਗਰ ਉਹ ਸੱਚ ਸਮਝਦਾ ਹੈ, ਬੇਅਦਬੀ ਔਰ ਇਖਤਲਾਫ ਦੋਵਾਂ ਚੀਜ਼ਾਂ 'ਚ ਬੜਾ ਫਰਕ ਹੈ। ਇਹ ਕਹਿ ਕੇ ਕਿਸੇ ਦੇ ਸਾਹਮਣੇ ਆਕੜ ਜਾਣਾ ਜੀ ਮੈਂ ਤੁਹਾਡੀ ਗੱਲ ਹੀ ਨਹੀਂ ਮੰਨਦਾ, ਉਹ ਹੈ ਬਗਾਵਤ। ਇਹ ਕਹਿ ਮੈਨੂੰ ਤੁਹਾਡੀ ਇਸ ਗੱਲ ਦੇ ਨਾਲ ਇਖਤਲਾਫ ਹੈ, ਮੈਨੂੰ ਇਹ ਗੱਲ ਸਮਝ ਨਹੀਂ ਆਈ, ਤੇ ਉਹ ਸਮਝਾਣਗੇ ਤੇ ਹੋ ਸਕਦਾ ਸਮਝ ਆ ਜਾਏ। ਨਹੀਂ ਤੇ ਹੁਸੈਨ ਸਾਹਿਬ ਆ ਜਿਹੜੀ ਬਗਾਵਤ ਦਾ ਲਫ਼ਜ਼ ਹੋਏਗੀ ਉਸ ਗੱਲ ਦੀ ਜਾਂ ਨਹੀਂ ਹੋਏਗੀ ਫਿਰ ਵੀ ਇਖਤਲਾਫ ਹੁਸੈਨੀ ਭਾਈ ਮੈਨੂੰ 1 ਮਿੰਟ ਦੇ ਦੇਣਾ। ਜੀ ਜੀ ਜ਼ਰੂਰ ਦੇ ਦੇਣਾ। ਅਗਰ ਹਜ਼ੂਰ ਅਯਦ ਅੱਲਾਹ ਤਾਲਾ ਬਿਨ ਨਸਰ ਅਜ਼ੀਜ਼ ਮੈਨੂੰ ਕਹਿਣ ਕਿ ਫਰਜ਼ ਕਰੋ ਇੱਕ ਮਫਰੂਜ਼ੇ ਤੇ ਗੱਲ ਕਰਨੀ ਹੈ ਕਿ ਇੱਥੇ ਜਾ ਕੇ ਆਪਣੀ ਜਾਨ ਗਵਾ ਦੇ, ਰਾਈਟ, ਮੈਂ ਹਲਫਨ ਕਹਿਣਾ ਮੈਂ ਇਸ ਤਰ੍ਹਾਂ ਕਰ ਦਾਂਗਾ ਜਿਸ ਤਰ੍ਹਾਂ ਉਹ ਕਹਿਣਗੇ ਆਈ ਵਿਲ ਡੂ ਇਟ, ਲੇਕਿਨ ਮੈਂ ਕਹਾਂਗਾ ਹਜ਼ੂਰ ਮੇਰੇ ਅਗਰ ਮੇਰੀ ਰਾਏ ਪੁੱਛੀ ਜਾਏ ਤੇ ਇਹ ਤੁਹਾਡਾ ਫੈਸਲਾ ਦੁਰਸਤ ਨਹੀਂ ਹੈਗਾ, लेकिन आया मैं उससे इनकार कर दूंगा? नहीं, मैं अपनी जान माल इज्जत औलाद वक्त कुर्बान करने दी मैं हलफ दिता है और मैं सोच समझ के हलफ दिता है। ਤਾਹਿਰ ਅਮਜਦ ਸਾਹਿਬ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਇਖਤਲਾਫ ਰਾਏ ਰੱਖਿਆ ਜਾ ਸਕਦਾ ਹੈ ਜਾਂ ਇਹ ਵੋ ਨਾ, ਉਹਦੇ ਨਾਲ ਇੱਕ ਅਸੂਲ ਕਾਇਮ ਹੁੰਦਾ ਹੈ। ਜਿਸ ਤਰ੍ਹਾਂ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਦੇ ਸਾਹਮਣੇ ਇੱਕ ਔਰਤ ਨੇ ਸਵਾਲ ਕੀਤਾ, ਠੀਕ ਹੈ, ਤੇ ਉਹ ਇੱਕ ਆਮ ਜਨਤਾ ਦੇ ਵਿੱਚ ਬਹਿ ਕੇ ਕੀਤਾ। ਉਹਦੇ ਬਾਅਦ ਹੋਇਆ ਕਿ ਸਵਾਲ ਉੱਠਣ ਵਾਲੇ ਸਵਾਲ ਕਰਨ ਵਾਲੇ ਖਲੀਫਾ ਵਕਤ ਦੇ ਸਾਹਮਣੇ ਬੇਤਹਾਸ਼ਾ ਇਤਰਾਜ਼ ਰੱਖਣਾ ਸ਼ੁਰੂ ਕਰ ਦਿੱਤਾ, ਠੀਕ ਹੈ। ਜਿਹਨੂੰ ਇਸ ਚੀਜ਼ ਦਾ ਅਹਿਸਾਸ ਹੈ ਨਾ, ਜਿਹਨੂੰ ਇਸ ਚੀਜ਼ ਦਾ ਸਮਝ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਸਮਝੇਗਾ, ਲੇਕਿਨ ਆਮ ਸਮਝ ਬੰਦਾ ਜਿਹੜਾ ਕਿ ਮੇਰੇ ਵਰਗਾ ਨਾਕਸ ਅਕਲ ਹੋਏਗਾ, ਠੀਕ ਹੈ, ਉਹਨੂੰ ਇਹ ਗੱਲ ਦੀ ਸਮਝ ਨਹੀਂ ਹੋਏਗੀ। ਉਹ ਹਰ ਗੱਲ ਦੇ ਵਿੱਚ ਇਖਤਲਾਫ ਢੂੰਡੇਗਾ ਤੇ ਉਹਦਾ ਰੱਦ-ਏ-ਅਮਲ ਉਹਦਾ ਜਿਹੜਾ ਨਿਕਲੇਗਾ ਨਾ ਉਹ ਨਿਕਲੇਗਾ ਜਿਹੜਾ ਹਜ਼ਰਤ ਉਸਮਾਨ ਦੀ ਖਿਲਾਫਤ ਦੇ ਦਰਮਿਆਨ ਨਿਕਲਿਆ ਸੀ, ਉਸ ਟਾਈਮ ਦੇ ਦਰਮਿਆਨ, ਠੀਕ ਹੈ। ਤੇ ਜੋ ਉਹ ਹੋਇਆ ਸੀ ਨਾ ਉਹ ਇਸੇ ਕੰਮਾਂ ਦੀ ਵਜ੍ਹਾ ਤੋਂ ਹੋਇਆ ਸੀ ਕਿ ਇੱਕ ਨੇ ਅਗਰ ਇਖਤਲਾਫ ਕੀਤਾ ਤੇ ਉੱਥੇ ਰੋਕਿਆ ਨਾ ਗਿਆ ਤੇ ਸਭ ਨੇ ਇਹੀ ਮਤਲਬ ਲੈ ਲਿਆ ਕਿ ਜਿਹੜਾ ਮਰਜ਼ੀ ਉੱਠ ਕੇ ਤੇ ਇਖਤਲਾਫ ਕਰ ਸਕਦਾ। यार दो मैसेज पढ़ लो, जवाब से पहले ना दो मैसेज सुन लें, वो रिक्वेस्ट करी जा रहे हैं बार बार। क्या जमात के मुरब्बी जमात वालों के लिए हुज्जत हैं
اور دوسرا میسیج ہے کہ رسول پاک نے منع کیا ہے امیر کی غلط بات پر اطاعت کرنے کو. یہ سونی صاحب کا میسیج ہے. سونی صاحب نے غالباً ਪਿਛਲੇ ਦਿਨਾਂ ਦੇ ਵਿੱਚ ਉਹ ਖਲੀਫਾ ਸਾਨੀ ਦਾ ਇੱਕ ਇਕਤਬਾਸ ਸ਼ੇਅਰ ਕੀਤਾ ਸੀ ਮੁਕਾਲਮਾ ਹੱਕ ਦੇ ਵਿੱਚ ਵੀ, ਐਂਡ ਆਈ ਨਿਊ ਅਬਾਊਟ ਇਟ, ਐਂਡ ਮੈਂ ਉਹਦੇ ਨਾਲ ਉਹ ਹੁਣ ਪਤਾ ਨਹੀਂ ਹੁਸੈਨੀ ਭਾਈ ਅਗਰ ਸੋਨੀ ਸਾਹਿਬ ਨੇ ਜਿਹੜਾ ਨਾ ਖਲੀਫਾ ਸਾਨੀ ਨੇ ਸਵਾਲ ਕੀਤਾ ਗਿਆ ਸੀ ਕਿ ਕਿਆ ਖਲੀਫਾ ਵਕਤ ਦੇ ਨਾਲ ਇਖਤਲਾਫੇ ਰਾਏ ਕੀਤਾ ਜਾ ਸਕਦਾ ਹੈ ਕਿ ਨਹੀਂ, ਤੇ ਉਹ ਖਲੀਫਾ ਸਾਨੀ ਦੇ ਆਪਣੇ ਅਲਫਾਜ਼ ਦੇ ਵਿੱਚ ਹੀ ਪਿਛਲੇ ਦਿਨਾਂ 'ਚ ਮੁਕਾਲਮਾ ਹੱਕ 'ਚ ਗਾਲਬਨ ਔਰ ਉਹਨਾਂ ਨੇ ਇੱਕ ਦੋ ਹੋਰ ਜਗ੍ਹਾ ਤੇ ਉਹਨੂੰ ਸ਼ੇਅਰ ਵੀ ਕੀਤਾ ਸੀ ਸੋਨੀ ਸਾਹਿਬ ਨੇ. ਅੱਛਾ, ਉਹ ਅਗਰ ਉਹ ਤੁਹਾਨੂੰ ਭੇਜ ਦੇਣ ਤੇ ਤੁਸੀਂ ਪੜ੍ਹ ਦਿਓ ਜਾਂ ਅਲੀ ਅਹਿਮਦ ਸਾਹਿਬ ਜਿਹੜੇ ਆਪਕੇ ਪਾਸ ਹੈ. ਤੁਹਾਡੀ ਇਸ ਗੱਲ ਦੇ ਨਾਲ ਇਖਤਲਾਫ ਨਹੀਂ ਹੈ. ਨਹੀਂ ਮੇਰੇ ਭਰਾ ਮੈਨੂੰ ਕੋਈ ਨਹੀਂ ਤੁਸੀਂ ਸ਼ਾਇਦ ਇਹ ਸਮਝਦੇ ਹੋ ਕਿ ਮੈਂ ਤੁਹਾਡੀ ਗੱਲ ਨਾਲ ਇਖਤਲਾਫ ਕਰ ਰਿਹਾ. ਮੈਂ ਗੱਲ ਕਰ ਰਿਹਾ ਕਿ ਇਹ ਤੁਹਾਡੇ ਅਲਫਾਜ਼ ਏਡੀ ਗਰਜ ਦੇ ਨਾਲ ਤੇ ਐਡੇ ਖੁੱਲੇ ਪਲੇਟਫਾਰਮ 'ਚ ਲੋੜ ਨਹੀਂ ਹੈ, ਕਿਉਂਕਿ ਇਹਦਾ ਮਤਲਬ ਕੋਈ ਲੋਕ ਗਲਤ ਵੀ ਲੈ ਲੈਂਦੇ ਨੇ. ਮੇਰਾ ਇਹ ਮਕਸਦ ਸੀ. ਜਿਸ ਤਰ੍ਹਾਂ ਲੋਕਾਂ ਦਾ ਮਸਲਾ ਨਾ मैं पढ़ देता हूँ क्या कहते हैं 1122 भाई रुकना ज़रा. जनाब शेख मोहम्मद हुसैन साहब ये फ़िकी मसाइल में खलीफा से इख्तलाफ हेडिंग है. जनाब शेख मोहम्मद हुसैन साहब सब ये क्या है हाजी रुखसती ने सवाल किया, ये पता नहीं उनका नाम है मेरे से पढ़ा नहीं जा रहा, कि क्या एक शख्स मसाइल में इख्तलाफ रख कर खलीफा से बैत कर सकता है. हज़रत खलीफतुल मसीह सानी ने फरमाया ये मसाइल फ़िका में सिवाय नबी के हर एक शख्स से इख्तलाफ हो सकता है. हज़रत अबू बकर रज़ी अल्लाह तआला, हज़रत उमर रज़ी अल्लाह तआला, हज़रत उस्मान, हज़रत अली सबसे अपने अपने वक्त में सहाबा बाज़ बातों में इख्तलाफ रखते थे. हमें कई मसाइल में हज़रत खलीफ़ा अव्वल से इख्तलाफ था. मसलन हज़रत खलीफ़ा अव्वल का ये एतक़ाद था कि नबी कत्ल नहीं हो सकता, मगर हमारा ये एतक़ाद है कि नबी कत्ल हो सकता है. और ख़ुद हज़रत मसीह मौऊद अलैहिस्सलाम ने भी लिखा है कि हज़रत याहिया कत्ल किए गए. गोया ये बात कही जाती है कि वो इल्ज़ामी तौर पर लिखा है, मगर यहाँ इल्ज़ाम की कोई बात नहीं. बस असूली बात में इख्तलाफ नहीं हो सकता. ये नबी ही होता है जो कहता है ये बात यूं है, फिर ख्वाह वो समझ में आए या ना आए माननी पड़ेगी या माननी पड़ती है. ये था जी हवाला वो. जज़ाकल्लाह. और देखिए मैं बिल्कुल इसी के कारण देखें एक असूली बात है, जिस तरह बार बार कहते हैं इमाम मालिक रहमतुल्लाह अलैह का और दूसरे फुक़हा का ये है कि अल्लाह ताला की जो है कुरान में पाक और रसूल करीम सल्लल्लाहु अलैहि वसल्लम की सुन्नत, इन दो हुज्जतों के अलावा कायनात में मौजूद किसी भी शख्स के साथ इज़्ज़त के साथ एहतराम के साथ इख्तलाफ राय हो सकता. इख्तलाफ राय होना और बगावत होना ये तो बिल्कुल मामला है दूसरा है. खलीफा वक्त कहे कि ये काम करो, वो ना करना, समेना व अताना ये है. हाँ, आपसे जब राय तलब की जाती है आप अपनी राय का इजहार सच्चे दिल से कर देते हैं. मैं बरमला से कहता हूँ कि खलीफा वक्त के साथ इज़्ज़त के साथ इख्तलाफ राय किया जा सकता है, लेकिन आज तक मैंने कितनी बातों पर इख्तलाफ किया है, किसी पे भी नहीं. पर ये भी तो है नहीं किया, क्यों करूं, किसी पर भी नहीं किया. तो इसलिए मैं कह रहा हूँ कि यार ये वाला मसला सबके अपने ज़ाती एतकाद की बात है. कोई कितना एतकाद रखता है वो उस कदर उतना ही वो कर लेता है. मतलब अल्लाह नबी के साथ कोई नहीं इख्तलाफ हो सकता, बाकी दुनिया में हर एक इंसान से हो सकता है. ये असली बात है. नबी के साथ इख्तलाफ, मेरी बात सुनिए मोहम्मद अहमद भाई, ये जो नबी बात ताहिर अफजल साहब की है, ताहिर अफजल साहब ने की है साहब, ये ताहिर अफजल साहब ने जो बात की है ना, ये इसी तरह से है कि मेरे पास क्रेडिट कार्ड है लेकिन देखिए मैंने आज तक कभी यूज़ नहीं किया. भाई वो मौजूद है, आप कभी भी कर सकते हैं. इसमें असूल की बात है. बात ये नहीं कि आपने आज तक किया है कि नहीं किया, बात ये है कि इससे असूल कायम हो जाता है, वो दरवाज़ा खुल जाता है. सभी कर सकते हैं, फिर कल को कभी करेंगे. हाँ, ये चीज़, ये दरवाज़ा जो खोल रहे हैं ना, ये दरवाज़ा तो खुला हुआ है. नहीं, ये तो अल्लाह ताला ने हक दिया है और वो इसका नुकसान है, ये मेरा नहीं, इसका भाई अल्लाह ताला ने ये जो हक दिया है, जो हमारे खुलफा ने और फ़िका के आइमा ने जो हक दिया है वो तो हक मौजूद है. इससे कुछ इसका फ़ायदा हुआ है कहीं पे,
जिसका फ़ायदा हुआ है उम्मत को। आप देखें ना, हिस्ट्री भी तो देखें ना, आपने हिस्ट्री भी तो देखनी है ना। आप एक अमल पे लगा रहे हैं लोगों को, वो अमल आपने पीछे नहीं देखना 1400 साल पीछे के, वो उस अमल का फ़ायदा हुआ है या नुकसान हुआ है उम्मत को। बहुत सारे फायदे भी हुए हैं, बहुत ज़्यादा। कोई मुझे फ़ायदा बता दें, कोई मुझे फ़ायदा बता दें। नुकसान मैं गिना देता हूँ, फ़ायदे आप बता दें 1400 साल पहले खिलाफत वाली। मैं इस तरह आपसे बहसना नहीं चाहता, लेकिन ये है कि इल्मी मामलात में हज़रत उमर रज़ी अल्लाह तआला अन्हु ने कोई फ़ैसले हैं जिनसे मौला अली अलैहिस्सलाम ने इख्तलाफ किया है, उनके बेटे ख़ुद ने अब्दुल्ला बिन उमर रज़ी अल्लाह तआला अन्हु ने इख्तलाफ किया है उनकी प्रैक्टिसेस पर। उसके फ़ायदे भी होते हैं, उससे ये चीज़ भी इस्टेब्लिश होती है कि हाकिम आला अल्लाह है, उसके बाद सुन्नत रसूल। फिर देखें ना, सुन्नत रसूल वाली बात पे भी सवाल आ जाता है कि आपने सुन्नत कहाँ से ली है? हदीसों से। ठीक है, हदीसों से आप इख्तलाफ कर सकते हैं, ठीक है ना, तो सुन्नत भी हमें तो वहीं से मिल रही है ना। तो क्या पता वो कैसी सुन्नत है कैसी नहीं। जैसे ये मामला और है, मैं आपसे बहस नहीं करना चाहता। हुसैनी भाई शायद करते हैं। हुसैनी साहब ਤੁਸੀਂ ਚਾਹ ਰਹੇ ਕਿ ਤੁਸੀਂ ਹੁਣੇ ਕਿਹਾ ਕਿ ਖਲੀਫਾ ਦੀ ਗੱਲ ਨਾ ਮੰਨਣਾ ਉਹਨਾਂ ਦੇ ਇਖਤਲਾਫ ਕਰਨ ਵਾਲਾ ਬਾਗੀ ਹੋ ਜਾਂਦਾ ਹੈ, ਬਗਾਵਤ 'ਚ ਆ ਜਾਂਦਾ ਹੈ। ਨਹੀਂ, ਖਲੀਫਾ ਵਕਤ ਤੇ ਈਮਾਨ ਲਿਆਉਣਾ ਜ਼ਰੂਰੀ ਨਹੀਂ। ਠੀਕ ਹੈ, ਈਮਾਨ ਲਿਆਉਣਾ ਜਿਹੜਾ ਉਹ ਸਿਰਫ ਰਸੂਲਾਂ ਤੇ ਜ਼ਰੂਰੀ ਹੈ। ਈਮਾਨੀਆਤ ਦੇ ਵਿੱਚ ਆਮਨ ਬਿल्लाह व मलाइकतिही व कुतुबिही व रुसुलिही ਨੇ, ਖਲੀਫੇ ਨਹੀਂ ਨੇ। ਅਤਾਤ ਖਲੀਫੇ ਦੇ ਨਾਲ ਤੁਹਾਡਾ ਇਤਾਅਤ ਦਾ ਤਲਕ ਤੁਸੀਂ ਮੁਆਹਦਾ ਹੈ, ਤੁਹਾਡੀ ਆਪਣੀ ਮਰਜ਼ੀ ਹੈ। ਤੁਸੀਂ ਜਦੋਂ ਤੱਕ ਉਹਦੇ ਨਾਲ ਇਤਾਅਤ ਰੱਖੋ ਜਾਂ ਉਹਦੇ ਨਾਲ ਇਖਤਲਾਫ ਕਰ ਲਓ ਤੇ ਨਾ ਇਤਾਅਤ ਕਰੋ ਤਾਂ ਵੀ ਠੀਕ, ਕੋਈ ਹਰਜ ਨਹੀਂ। ਬਗਾਵਤ ਹੋਰ ਚੀਜ਼ ਹੈ ਕਿ ਤੁਸੀਂ ਨਾਰਾਜ਼ ਹੋ ਕੇ ਗਾਲਾਂ ਕੱਢਣ ਲੱਗ ਪਓ, ਪੱਥਰ ਮਾਰਨ ਲੱਗ ਪਓ, ਤੇ ਜਿਹੜਾ ਮੁਖਲਸਾਨਾ ਇਖਤਲਾਫ ਹੈ ਅਸੀਂ ਤੇ ਰੋਜ਼ ਕਰਨਾ ਹੀ ਹੈ ਨਾ, ਇੱਥੇ ਬੈਠੇ ਹੁਣ ਵੀ ਕਰ ਹੀ ਰਹੇ ਹਾਂ। ਇਹਦੇ ਨਾਲ ਕੀ ਬਗਾਵਤ ਦੀ ਹੱਦ ਕੀ? ਬਗਾਵਤ ਕਹ ਲੋ ਕਿ ਬਗਾਵਤ ਹੋਰ ਚੀਜ਼ ਹੈ। ਬਗਾਵਤ ਦਾ ਮਤਲਬ ਹੈ ਕਿ ਤੁਸੀਂ ਕਿਸੇ ਦੇ ਖਿਲਾਫ ਜਲੂਸ ਕੱਢ ਕੇ ਆ ਜਾਓ, ਡੰਡੇ ਲੈ ਕੇ। क्या ਉਹਦੇ ਤੋਂ ਅਸੀਂ ਦੀਨ ਲੈ ਸਕਨੇ ਆ ਜਿਹਨੇ ਖਲੀਫਾ ਵਕਤ ਦੀ ਬਗਾਵਤ ਕੀਤੀ ਹੋਏ? ਖਲੀਫਾ ਵਕਤ ਜਿਹੜਾ ਹੈ ਉਹ ਅਗਰ ਵਾਕਈ ਖਲੀਫਾ ਵਕਤ ਹੋਵੇ, ਹਾਕਮੇ ਵਕਤ ਹੋਵੇ, ਤੇ ਫਿਰ ਉਹਦੀ ਜਿਹੜਾ ਨਾਫਰਮਾਨੀ ਕਰੇਗਾ ਉਹਨੂੰ ਸਜ਼ਾ ਮਿਲੇਗੀ। ਤੇ ਉਹਦੇ ਤੋਂ ਹਾਂ ਸਜ਼ਾ ਮੈਂ ਕਹਿੰਦਾ ਉਹਨਾਂ ਕੋਲ ਦੀਨ ਲੈ ਸਕਨੇ ਅਸੀਂ? दीन देना होना तो कोई तलक नहीं। यार कैसे ले सकते हैं दीन यार 1122 भाई दीन तो कुरान में या रसूल के पास है। दीन जड़ा रसूल ने कब हमें दीन दिया? वो तो इन्ना दीन है इंदल्ला कुरान की सूरत में उनके उसवा हंसने से उसवा हंसना किसने दिया? उसवा हंसना किसने दिया? ये रसूलुल्लाह सल्लल्लाहु अलैहि वसल्लम ने दिता है ना। हाँ तो वो आप तक कैसे पहुंचा? अल्लाह ताला बिन नसर अजीज फरमाते हैं हजरत मुस्लिम माऊद रज़ी अल्लाह ताला ने फरमाया कि जो अमूर शरीयत के खिलाफ हूँ उनमें इताअत नहीं होती। उन दसो अपने खलीफा कोई शक नहीं है ना। तो फिर वो मतलब वो शरीयत जो कह रहे हो ना दीन ले सकते हैं वो वही है, रसूलुल्लाह सल्लल्लाहु अलैहि वसल्लम ही है, वहीं से लेना है। ओ भाई और उसके अलावा कोई भी कर रहा है आपको कोई भी अच्छी बात बता रहा है, कोई भी अच्छी बात बता रहा है तो वो चाहे खलीफा हो, चाहे मैं हूँ, चाहे आप हो, अगर रसूलुल्लाह सल्लल्लाहु अलैहि वसल्लम की सुन्नत बता रहे हो, सही बता रहे हो हाँ, तो हम कर लेंगे, मान लेंगे। यानी कि मैं अगर कोई भी अच्छी बात आज के दौर में आपसे करता हूँ कि रसूलुल्लाह ने ये फरमाई है, वो बेशक हाँ वो पता चल जाती है, वो कुरान में है तो वो ठीक है, हमें करनी चाहिए, मिलके ही करेंगे ना। और अगर खलीफा वक्त भी कर रहे हैं वेल एंड गुड, हम करेंगे। नहीं करना चाहता मैं, जाने दे जी। ਤੁਸੀਂ ਕਰ ਲਓ ਗੱਲ। ਤੁਹਾਡੇ ਅਲਾਮਾ ਸਾਹਿਬ ਨੇ 4 ਵਾਰੀ ਗੈਰ ਰਿਆਸਤੀ ਖਲੀਫਾ ਕਿਸੇ ਪਰ ਹੱਦ ਹਾਂਜੀ
लगा कर सजा नहीं दे सकते, रूहानी खलीफा सिर्फ नसीहत कर सकता है। हाँ जी बिल्कुल ठीक ये है। बात बिल्कुल सही है। ਅੱਛਾ ਜੀ ਹੁਸੈਨ ਸਾਹਿਬ, ਜੀ ਜੀ ਜਿਹੜੇ ਬੰਦੇ ਪੇ ਸੁਣਦੇ ਹੁੰਦੇ ਨੇ ਨਾ, ਜਾ ਉਹਨਾਂ ਨੂੰ ਵੀ ਅੱਲਾਹ ਤਾਲਾ ਕੰਨ ਵੀ ਦਿੱਤੇ ਨੇ, ਦਿਮਾਗ